बच्चे पॉलिटिशियंस क्यों नहीं पढ़ रहे? ਇਮਾਨਦਾਰੀ ਆਨੈਸਟੀ ਹੈ ਹਰ ਕੋਈ ਚਾਹੁੰਦਾ ਹੈ ਪੈਸੇ ਬਣਾਉਣ ਦੀ ਸ਼ਾਰਟਕਟ ਮਿਲ ਉਹ ਸਟੈਬਲਿਸ਼ ਇੰਨਾ ਸਮਝਦੇ ਨਹੀਂ ਬੱਚਿਆਂ ਨੂੰ ਇਸ ਗੱਲ ਤੇ ਇਨਕਰੇਜ ਨਹੀਂ ਕੀਤਾ ਜਾਂਦਾ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਹੈ ਨਸ਼ਾ ਦੇ ਨਾਲ? ਮੁੰਡੇ ਵਿਹਲੇ ਘੁੰਮਦੇ ਆ ਵਾਧੂ ਜਿਹੜਾ ਪੈਸਾ ਖਰਚਿਆ ਜਾ ਰਿਹਾ ਹੈ ਉਹਨੂੰ ਮੀਟ ਕਰਨ ਲਈ ਡਿਪਰੈਸ਼ਨ ਹੁੰਦਾ ਆ ਉਹ ਡਿਪਰੈਸ਼ਨ ਨੂੰ ਪੂਰਾ ਕਰਨ ਲਈ ਨਸ਼ਿਆਂ ਦੇ ਵਿੱਚ ਲੋਕ ਜਾ ਰਹੇ ਆ कोई होमलेस पर्सन हैगा वो $900 तक का ਜਿਹੜਾ ਸਮਾਨ ਹੈ ਉਹ ਚੋਰੀ ਕਰ ਲੇ ਤਾਂ ਵੀ ਪੁਲਿਸ ਜਿਹੜੀ ਹੈ ਕੇਸ ਰਜਿਸਟਰ ਨਹੀਂ ਕਰਦੀ। ਇਹ ਚੀਜ਼ਾਂ ਕਰਨ ਦਵਾਂਗੇ ਤੇ ਸ਼ਾਇਦ ਸਾਨੂੰ ਵੋਟਾਂ ਜ਼ਿਆਦਾ ਪੈਣਗੀਆਂ ਚੋਰ ਨੂੰ ਅਸੀਂ ਚੋਰ ਨਹੀਂ ਕਹਿ ਸਕਦੇ ਸਟਰੋਂਗ ਜਿਹੜੀ ਗਵਰਨਮੈਂਟ ਦੀ ਲੋੜ ਹੈ ਪਰ ਇਸ ਲਾਅ ਦੇ ਖਿਲਾਫ ਐਂਟਰਪ੍ਰੀਨਿਓਰਸ ਜਿਹੜੇ ਨੇ ਸੋਮਾਲੇ ਦੇ ਇਕੱਠੇ ਖੜੇ ਕਿਉਂ ਨਹੀਂ ਹੋਏ? ਸਾਰੇ ਦੇ ਸਾਰੇ ਵਾਲਕਨੀ ਬੰਦ ਹੋ ਗਏ ਉਹ ਕਹਿੰਦੇ ਅਸੀਂ ਇੱਥੇ ਬਿਜ਼ਨਸ ਨਹੀਂ ਕਰ ਸਕਦੇ ਮੈਂ ਆਪ ਜਾਂਦਾ ਰਿਹਾ ਰੈਲੀਆਂ ਤੇ ਜੀ ਪਰ ਇਹਦੇ ਵਿੱਚ ਲੋਕਾਂ ਨੂੰ ਜੋੜਨਾ ਬੜਾ ਔਖਾ ਬਲੈਕ ਲਾਈਵਸ ਮੈਟਰ ਮੁਹਿੰਮ ਦੀ ਜੇਕਰ ਸ਼ੁਰੂਆਤ ਕਰਨ ਦੀ ਲੋੜ ਪੈ ਰਹੀ ਹੈ ਪਰ ਅਸੀਂ ਤਾਂ ਉਹਨਾਂ ਸਾਹਮਣੇ ਮੁੱਠੀ ਭਰ ਇਹ ਤਾਂ ਇੱਕ ਪੋਲੀਟੀਕਲ ਪ੍ਰੋਪਗੈਂਡਾ ਸੀ ਲੋਕਾਂ ਨੂੰ ਇੱਕ ਪਾਸੇ ਲਾਉਣ ਲਈ ਕਿ ਬਾਕੀ ਦੇ ਗੋਰੇ ਮੈਟਰ ਨਹੀਂਗੇ ਸਿੱਖ ਮੈਟਰ ਨਹੀਂਗੇ ਆਲ ਲਾਈਵਸ ਮੈਟਰ। सत श्री अकाल नमस्कार आदाब मैं हाँ पलंदर सिंह विरमानी प्रोग्राम द बिग पॉइंट विच एक बार फिर तुहाडा बहुत बहुत स्वागत। अज मैं पहुंचा हुआ लॉस एंजलस कैलीफोर्निया के वड्डे शहरों में एक शहर और जिन्हां नाल अज असीं मुखातिब हो रहे हैं उन्हें हरनेक सिंह थियाड़ा साहब बहुत बहुत स्वागत और बहुत बहुत शुक्रिया सानू अपना कीमती समा देने के लिए। ठीक है सत श्री अकाल मेरे वालों आप सारे सत श्री अकाल समा भाजी तुहाडा अपना ही है थैंक यू जी। सो अज साडे नाल थियाड़ा साहब क्यों ने क्योंकि जिस घर विच अज मैं मौजूद हाँ कामागाटा मारू जी हाँ ये घटना जिहड़ी है हर एक दे जुबान ते है और हर किसी नूं याद है घटना और इस घटना कामागाटा मारू जहाज़ जो कि ब्रिटिश कोलंबिया पहुंचा सीगा और उस जहाज़ नूं अंग्रेज़ां ने उत्थे रुकण नहीं सी दिता वापस भेज दिता गया सीगा और उस जहाज़ विच बहुत सारे पंजाबी भी सीगे कई पंजाबियां ने अपनियां जानां बचाईयां अते वख-वख थावां ते जाके सैटल होए। ਅੱਜ थियाड़ा साहब ਜਿਹੜੇ ਨੇ ਉਹਨਾਂ ਦੇ ਗ੍ਰੇਟ ਗ੍ਰੈਂਡਫਾਦਰ ਜੀ ਹਾਂ ਉਹਨਾਂ ਦੇ ਪੜਦਾਦਾ ਜੀ ਉਸ ਜਹਾਜ਼ ਵਿੱਚ ਸਵਾਰ ਸਨ। ਉਹਨਾਂ ਨੇ ਅਮਰੀਕਾ ਵੱਲ ਕੂਚ ਕੀਤਾ ਸੈਨ ਫਰਾਂਸਿਸਕੋ ਉਤਰੇ ਔਰ ਆਪਣੀ ਜ਼ਿੰਦਗੀ ਨੂੰ ਕਿਸ ਤਰ੍ਹਾਂ ਅੱਗੇ ਵਧਾਇਆ ਉਸ ਬਾਰੇ ਗੱਲ ਕਰਾਂਗੇ। ਇੱਕ ਖਾਸ ਹੋਰ ਗੱਲ ਇਸ ਘਰ ਦੀ ਜੀ ਹਾਂ ਕਰਤਾਰ ਸਿੰਘ ਸਰਾਭਾ ਇਸ ਨਾਮ ਤੋਂ ਕੌਣ ਵਾਕਿਫ ਨਹੀਂ ਹੈ ਅੱਜ ਬੱਚਾ ਇਸ ਨਾਮ ਤੋਂ ਵਾਕਿਫ ਹੈ ਕਿਉਂਕਿ ਆਜ਼ਾਦੀ ਘੁਲਾਟੀਆਂ ਵਿੱਚੋਂ ਇੱਕ ਸਨ ਸਰਦਾਰ ਕਰਤਾਰ ਸਿੰਘ ਸਰਾਭਾ। ਉਹਨਾਂ ਦੀ ਜਦੋਂ ਮੁਹਿੰਮ ਦੀ ਸ਼ੁਰੂਆਤ ਹੋਈ ਸੀ ਉਹ ਜਦੋਂ ਆਜ਼ਾਦੀ ਘੁਲਾਟੀ ਵਜੋਂ ਅਖਬਾਰਾਂ ਵਿੱਚ ਵੱਖ-ਵੱਖ ਇਸ਼ਤਿਹਾਰ ਦਿੰਦੇ ਸੀ ਆਪਣੇ ਆਰਟੀਕਲਸ ਛਾਪਦੇ ਸੀ ਤਾਂ ਬਹੁਤ ਸਾਰੇ ਘਰਾਂ ਤੋਂ ਉਹਨਾਂ ਨੂੰ ਸਪੋਰਟ ਦਿੱਤੀ ਜਾਂਦੀ ਸੀਗੀ ਫਾਈਨੈਂਸ਼ੀਅਲ ਸਪੋਰਟ ਵੀ ਸੀਗੀ ਔਰ ਬਹੁਤ ਤਰ੍ਹਾਂ ਦੀ ਸਪੋਰਟ ਸੀਗੀ। ਸੋ ਇੱਕ ਇਹ ਘਰ ਵੀ ਹੈ ਜੀ ਜੋ ਇਹਨਾਂ ਦੇ ਪੜਦਾਦਾ ਜੀ ਲਗਾਤਾਰ ਕਰਤਾਰ ਸਿੰਘ ਸਰਾਭਾ ਨੂੰ ਕਿਸ ਤਰ੍ਹਾਂ ਸਪੋਰਟ ਕਰਦੇ ਸਨ ਔਰ ਆਜ਼ਾਦੀ ਘੁਲਾਟੀਆਂ ਨੇ ਮਿਲ ਕੇ ਕਿਸ ਤਰ੍ਹਾਂ ਭਾਰਤ ਨੂੰ ਆਜ਼ਾਦ ਕਰਾਇਆ ਉਹਦੀ ਮੁਹਿੰਮ ਦੀ ਸ਼ੁਰੂਆਤ ਵੀ ਇੱਥੋਂ ਹੀ कैसे कह सकते हैं ज़रूर हुई है। और अज जेकर असीं थियाड़ा साहब की गल करिए तो अज का समा जिहड़ा हैगा बहुत अहम है क्योंकि अज असीं टैक्नोलॉजी के जमाने में हैगे और मल्टी बिजनेसिस जिहड़े ने साडे पंजाबी भाईचारे वालों बहुत वधिया तरीके नाल कीते जा रहे हैं। सो हरनेक सिंह थियाड़ा साहब मल्टी बिजनेसिस तो चलाई रहे हैं 7-11 स्टोर्स भी ने UPS स्टोर्स भी ने शॉप जिहड़े ट्रक स्टॉपर्स भी ने और इस तो इलावा भी होर भी बहुत सारे काम जिहड़े ने कर रहे हैं। इन्हां दे बच्चे भी इन्हां दे लगातार साथ दे रहे हैं। सो किस तरह अमेरिका की दुनिया में ये विचरे ने किस तरह इन्होंने अपना सफ़र शुरू किया किस तरह दी स्ट्रगल्स इन्होंने फेस आईयां ज़रूर इन्हां तो ही जानने की कोशिश करते हैं। सो थियाड़ा साहब जिहड़ा घर है बड़ा इतिहासक घर अज मैं कह सकदा कि मैं बैठा इस घर विच क्योंकि करतार सिंह सराभा वर्गी हस्तियां नूं तुहाडे वल्लों तुहाडे घर तो सपोर्ट जाती रही है पर तुहाडी लाइफ की स्ट्रगल असीं जरूर जानना चाहांगे क्योंकि तुसीं कदों तो अमेरिका विच रह रहे हो और की कुछ विचरदा देखिया ज़रूर अपने बारे थोड़ा जिहा पहलां दसो। मैं छोटा हुंदा 12 साल दा सी जदों इत्थे आ गया सी जी ते ਮਿਡਲ ਸਕੂਲ ਦੇ ਵਿੱਚ ਸ਼ੁਰੂ ਕੀਤਾ ਉਹਨਾਂ ਦੇ ਵਿੱਚ ਸਾਡੇ ਪੰਜਾਬੀਆਂ ਦੇ ਖਿਲਾਫ ਤੇ ਬਹੁਤ ਜਿਹੜਾ ਡਿਸਕ੍ਰਿਮੀਨੇਸ਼ਨ ਸੀਗੀ ਤੇ ਸਾਨੂੰ ਬਰਾਊਨ ਲੋਕ ਸੀ ਇਹਨਾਂ ਤੋਂ ਲੋਕ ਘੱਟ ਜਾਣੂ ਸੀ। ਮੈਂ ਤਾਂ ਇਹ ਕਹੂੰਗਾ ਵੀ ਐਜੂਕੇਸ਼ਨ ਨਹੀਂ ਸੀ ਲੋਕਾਂ ਨੂੰ ਸਾਡੇ ਬਾਰੇ ਪਤਾ ਨਹੀਂ ਸੀ ਤੇ ਉਹਨਾਂ ਦੇ ਮਨ 'ਚ ਇੱਕ ਇਹੀ ਨਫ਼ਰਤ ਸੀਗੀ ਵੀ ਪਹਿਲੇ ਤੇ ਇਹ ਸੀ ਨਫ਼ਰਤ ਸੀ ਬਾਹਰਲੇ ਲੋਕ ਹੈ ਕਾਮਯਾਬ ਹੋ ਰਹੇ ਆ ਪਰ ਪਹਿਲੀ ਫੈਮਿਲੀ ਨੇ ਸਟਰਗਲ ਬਹੁਤ ਕੀਤੇ ਬਹੁਤ ਜ਼ਿਆਦਾ ਹੀ ਇੱਕ ਮੈਂਬਰ ਇਹਨੂੰ $8 ਜਾਂ $4 ਲੈ ਕੇ ਅਸੀਂ $8 ਲੈ ਕੇ ਆਏ ਸੀ ਉਹੀ ਜੇਬ ਦੇ ਵਿੱਚ ਸੀ ਉਹ 4 ਜਾਣੇ 4 ਮੈਂਬਰ ਆਏ $32 ਕੋਲ ਸੀਗੇ ਉੱਥੋਂ ਸ਼ੁਰੂ ਹੋਇਆ ਸਾਰਾ ਕੁਝ ਤੇ
ਜਦੋਂ ਮੈਂ ਹਾਈ ਸਕੂਲ ਵੀ ਪੜ੍ਹਦਾ ਸੀ ਤੇ ਐ ਸੀ ਵੀ ਕੋਈ ਵੀ ਛੁੱਟੀ ਜਿਹੜੀ ਹੈ ਉਹ ਖਾਲੀ ਨਾ ਜਾਵੇ। ਇੱਕ ਫਾਦਰ ਇਕੱਲੇ ਕੰਮ ਕਰਨ ਵਾਲੇ ਸੀ ਤੇ ਨਾਲ ਇਹ ਸੀ ਵੀ ਜਿਹੜਾ ਵੀ ਵੀਕਐਂਡ ਜਿਹੜੀ ਵੀ ਕੋਈ ਛੁੱਟੀ ਹੈ ਸਕੂਲ ਤੋਂ ਛੁੱਟੀ ਹੈ ਉਹਦੇ ਵਿੱਚ ਅਸੀਂ ਆਪਣੇ ਪਿਤਾ ਦੀ ਮਦਦ ਕਰ ਸਕੀਏ ਤਾਂ ਕਿ ਜਿਹੜਾ ਘਰ ਦਾ ਜਿਹੜਾ ਖਰਚਾ ਪਾਣੀ ਉਹ ਠੀਕ ਚੱਲੀ ਜਾਵੇ। ਉੱਥੋਂ ਹੌਲੀ ਹੌਲੀ ਮਾਪੇ ਦੇ ਇਹੀ ਮਨ ਦੇ ਵਿੱਚ ਸੀ ਵੀ ਅਸੀਂ ਪੜ੍ਹਾਈ ਕਰ ਜਾਈਏ ਜੀ। ਪੜ੍ਹਾਈ ਕੋ ਇਹਨੇ ਪੜ੍ਹਨੇ ਦੇ ਵਿੱਚ ਇੰਨੇ ਸਮਾਰਟ ਨਹੀਂ, ਇੰਗਲਿਸ਼ ਦੀ ਵੀ ਪ੍ਰੋਬਲਮ ਸੀ ਪਹਿਲਾਂ ਤੇ ਕਿਉਂ ਉੱਥੇ ਸਾਡਾ ਮੀਡੀਅਮ ਜਿਹੜਾ ਜੋ ਵੀ ਇੰਡੀਆ ਦੇ ਵਿੱਚ ਪੰਜਾਬੀ ਹਿੰਦੀ ਸੀ, ਇੰਗਲਿਸ਼ ਥੋੜ੍ਹੀ ਜਿਹੀ ਆਉਂਦੀ ਸੀ। ਉਹ ਕੁਛ ਸਾਲ ਤਾਂ ਇੰਗਲਿਸ਼ ਸਿੱਖਣ ਨੂੰ ਲੱਗ ਗਏ ਤੇ ਫਿਰ ਚਲੋ ਫਿਰ ਇਹ ਰਿਹਾ ਮਨ ਦੇ ਵਿੱਚ ਵੀ ਅਸੀਂ ਯੂਨੀਵਰਸਿਟੀ ਦੇ ਮਾਹੌਲ ਚੋਂ ਨਿਕਲ ਕੇ ਐਜੂਕੇਟ ਆਪਣੇ ਨੂੰ ਕਰਕੇ ਤੇ ਕੋਈ ਹੋਰ ਵਧੀਆ ਕੰਮ ਕਰੀਏ। ਤੁਸੀਂ 12 ਸਾਲ ਦੀ ਉਮਰ 'ਚ ਇੱਥੇ ਆਏ, ਯਾਨੀ ਕਿ ਸਕੂਲ ਲਾਈਫ ਤੁਹਾਡੀ ਪੂਰੀ ਇੱਥੇ ਹੀ ਬੀਤੀ ਹੈਗੀ। ਜੀ ਜੀ। ਸਕੂਲ ਵਿੱਚ ਕਿਸ ਤਰ੍ਹਾਂ ਦਾ ਮਾਹੌਲ ਤੁਹਾਨੂੰ ਵੇਖਣ ਨੂੰ ਮਿਲਿਆ? ਕਿਉਂਕਿ ਇੱਕ ਪਾਸੇ ਹੈ ਪੰਜਾਬ ਦਾ ਮਾਹੌਲ, ਇੱਕ ਪਾਸੇ ਇੱਥੋਂ ਦਾ ਮਾਹੌਲ, ਕਿਉਂਕਿ ਹਰ ਪਾਸੇ ਗੋਰੇ ਜਿਹੜੇ ਨੇ ਉਹ ਆਸ-ਪਾਸ ਬੈਠਦੇ ਨੇ। ਜਿਵੇਂ ਤੁਸੀਂ ਕਿਹਾ ਅੰਗਰੇਜ਼ੀ ਵਿੱਚ ਤਾਂ ਮੁਸ਼ਕਿਲ ਸੀ ਹੀ, ਪਰ ਉਹਨਾਂ ਦਾ ਵਤੀਰਾ ਕਿਸ ਤਰ੍ਹਾਂ ਦਾ ਸੀਗਾ? ਕਿ ਉਹ ਦੋਸਤ ਬਣੇ ਤੁਹਾਡੇ? ਪਹਿਲਾਂ ਤੇ ਔਖਾ ਸੀ ਜੀ, ਕਿਉਂ ਜਿੰਨਾ ਚਿਰ ਬੋਲੀ ਨਹੀਂ ਆਉਂਦੀ ਸੀ ਉਹਦੇ ਵਿੱਚ ਫਰਕ ਸੀ। ਬਾਅਦ ਦੇ ਵਿੱਚ ਮੈਂ ਤਾਂ ਇਹ ਸੋਚਦਾ ਵੀ 5-6 ਸਾਲ ਉਹ ਫਰਕ ਰਿਹਾ ਹੀ ਹੈ। ਕੋਸ਼ਿਸ਼ ਪੂਰੀ ਸੀ ਵੀ ਅਸੀਂ ਆਪਣੇ ਆਪ ਨੂੰ ਉੱਚਾ ਉਠਾ ਸਕੀਏ। ਉਹਦੇ ਵਿੱਚ ਇਹ ਸੀ ਮੈਂ ਇੰਗਲਿਸ਼ ਬੋਲਣ ਦੀਆਂ ਕਲਾਸਾਂ ਹੋਰ ਵਾਧੂ ਲਈਆਂ, ਸਪੀਚਾਂ 'ਤੇ ਜਾਣਾ, ਆਪਣੇ ਆਪ ਨੂੰ ਪ੍ਰੈਕਟਿਸ ਕਰਨੀ ਵੀ ਮੈਨੂੰ ਪਹਿਲਾਂ ਬੋਲਣਾ ਠੀਕ ਆ ਜਾਏ। ਬੋਲਣਾ ਤੇ ਜਿਹੜੀ ਪੜ੍ਹਾਈ ਵੀ ਸਾਨੂੰ ਜ਼ਿਆਦਾ ਕਰਨੀ ਪਈ, ਡਬਲ ਜਾਂ ਟ੍ਰਿਪਲ ਐਫਰਟ ਕਰਨਾ ਪਿਆ ਬਾਕੀ ਸਟੂਡੈਂਟ ਨਾਲ, ਕਿ ਬੋਲੀ ਆਉਂਦੀ ਨਹੀਂ ਸੀ ਜੀ। ਜਿਹੜੀ ਕਿਸੇ ਨੂੰ ਅੱਧੇ ਘੰਟੇ ਸਮਝ ਆਉਂਦੀ ਹੋ ਸਕਦਾ ਮੈਨੂੰ ਉਹ 2-2.5 ਘੰਟੇ ਲੱਗੇ ਹੁਣ ਉਹਨੂੰ ਪੜ੍ਹ ਕੇ ਦੁਬਾਰਾ ਸਮਝਣ ਦੀ। ਸੋ ਐਫਰਟ ਜਿਹੜਾ ਬਹੁਤ ਸੀ। ਤੇ ਰਹੀ ਗੱਲ ਵੀ ਜਿਹੜੇ ਆਲੇ ਦੁਆਲੇ ਸੀ ਉਹਨਾਂ ਦਾ ਵਤੀਰਾ ਥੋੜ੍ਹਾ ਜਿਹਾ ਫਰਕ ਜ਼ਰੂਰ ਸੀਗਾ। ਜਿਹੜੀ ਕਿ ਹੁਣ ਇਸ ਵੇਲੇ ਤਾਂ ਮੈਨੂੰ ਫਰਕ ਜ਼ਰਾ ਵੀ ਨਹੀਂ ਦਿਖਦਾ, ਪਰ ਉਸ ਵੇਲੇ ਫਰਕ ਇੱਦਾਂ ਲੱਗਦਾ ਸੀ ਵੀ ਸਾਨੂੰ ਡਿਫਰੈਂਟ ਸਮਝਦੇ ਸੀਗੇ। ਡਿਫਰੈਂਟ ਕਿਸੇ ਹੋਰ ਕਮਿਊਨਿਟੀ ਨਾਲ ਮਿਲਾ ਕੇ ਜਾਂ ਸਾਡੀ ਸਕਿਨ ਨੂੰ ਦੇਖ ਕੇ? ਸਾਡੀ ਸਕਿਨ ਨੂੰ ਦੇਖ ਕੇ ਜੀ। ਜਿੱਦਾਂ ਇੱਕ ਨਵੀਂ ਚੀਜ਼ ਆ ਗਈ ਹੈ ਤੇ ਕੋਈ ਵੀ ਪਿੰਡ ਦੇ ਵਿੱਚ ਇੱਕ ਬਾਹਰਲਾ ਬੰਦਾ ਆ ਜਾਏ ਤੇ ਉਹਨੂੰ ਸਾਰਾ ਪਿੰਡ ਜਿਹੜਾ ਆ ਉਹਨੂੰ ਡਿਫਰੈਂਟ ਟਰੀਟ ਕਰੂਗਾ ਵੀ ਬਾਹਰਲੇ ਆ ਜੋ ਪਰੇ ਆ। ਇਸ ਤਰ੍ਹਾਂ ਸਾਨੂੰ ਦੇਖਿਆ ਜਾਂਦਾ ਸੀ ਤੇ ਹੌਲੀ ਹੌਲੀ ਹੁਣ ਬਲੈਂਡ ਹੋ ਗਿਆ। ਹੁਣ ਉਸ ਦਾ ਮੈਂ ਇਹ ਆਪੋਜ਼ਿਟ ਹੋ ਗਿਆ ਹੋਵੇ। ਹੁਣ ਇਸ ਵੇਲੇ ਕਈ ਜਗ੍ਹਾ ਤੇ ਸਾਡੀ ਮੈਜੋਰਟੀ ਆ ਤੇ ਉਹ ਮਾਈਨੋਰਟੀ ਮੈਨੂੰ ਹੱਸਦੇ ਸੀ। ਗੋਰਾ ਆ ਕੇ ਹੱਸਦਾ ਹੁੰਦਾ ਸੀ ਸਟੋਰ ਤੇ, ਜੇ ਗੋਰਾ ਰੱਖ ਲੈਂਦੇ ਆ ਉਹ ਕਹਿੰਦੇ ਭਾਈ ਤੁਸੀਂ ਮਾਈਨੋਰਟੀ ਨੂੰ ਰੱਖਿਆ ਹੋਇਆ ਕੰਮ ਤੇ ਹੁਣ। ਬਿਲਕੁਲ। ਪਰ ਜਿਵੇਂ ਤੁਸੀਂ ਕਹਿ ਰਹੇ ਹੋ ਕਿ ਕਿਤੇ ਨਾ ਕਿਤੇ ਅੱਜ ਵੀ ਬੁਲੀ ਦਾ ਸ਼ਿਕਾਰ ਤਾਂ ਲੋਕੀ ਹੋ ਹੀ ਰਹੇ ਨੇ, ਬੱਚੇ ਵੀ ਸਾਡੇ ਹੋ ਰਹੇ ਨੇ। ਜਦੋਂ ਕੋਈ ਸਰਦਾਰ ਪਟਕਾ ਬਣ ਕੇ ਜਾਂਦਾ ਬੱਚਾ ਤਾਂ ਉਸ ਤੋਂ ਵੀ ਹਲੇ ਦੱਸਣਾ ਪੈਂਦਾ ਕਿ ਮੈਂ ਕੌਣ ਆ, ਇਸ ਸਿਰ ਦੇ ਉੱਤੇ ਮੈਂ ਪਟਕਾ ਕਿਉਂ ਬੰਨਿਆ ਹੋਇਆ, ਸਿਰ ਦੇ ਅੰਦਰ ਜਿਹੜੇ ਮੇਰੇ ਵਾਲ ਨੇ ਉਹਨੂੰ ਜੂੜਾ ਕਹਿੰਦੇ ਨੇ ਜੋ ਮੈਂ ਉੱਪਰ ਬੰਨਿਆ ਹੋਇਆ। ਇਸ ਵੇਲੇ ਜੇ ਹੈ ਜੋ ਮੈਂ ਦੇਖਿਆ, ਜਿਹੜੀ ਚੇਂਜ ਮੈਂ ਦੇਖੀ ਹੈ ਜਦੋਂ ਤੋਂ ਅਸੀਂ ਆਏ ਹਾਂ ਤੇ ਹੁਣ ਤੱਕ, ਵੀ ਮੈਨੂੰ ਲੱਗਦਾ ਵੀ ਇਹ ਚੀਜ਼ ਬਹੁਤ ਘੱਟ ਹੈ। ਜਿਹੜੇ ਲੋਕ ਹੈ ਉਹਨਾਂ ਦੀ ਐਜੂਕੇਸ਼ਨ ਵੀ ਇਸ ਚੀਜ਼ 'ਚ ਹੋ ਗਈ ਹੈ ਵੀ ਜਿਹੜੇ ਬਾਹਰਲੇ ਲੋਕ ਆ ਕੌਣ ਆ, ਕਿੱਥੋਂ ਦੇ ਆ। ਜੇ ਤੁਸੀਂ ਜੈਪਰਡੀ ਸ਼ੋਅ ਵੀ ਦੇਖੋ ਤਾਂ ਉਹਦੇ ਵਿੱਚ ਵੀ ਕੁਐਸਚਨ ਕਈ ਵਾਰੀ ਆ ਜਾਂਦੇ ਆ ਸਾਡੇ ਬਾਰੇ ਵੀ ਉਹਨਾਂ ਦੀ ਇਹ ਡਿਫਰੈਂਟ ਕਿਉਂ ਆ। ਤੇ ਰਹੀ ਗੱਲ ਵੀ ਜਿਹੜਾ ਮੀਡੀਆ ਨੇ ਅੱਜ ਕੱਲ੍ਹ ਜੋ ਵੀ ਕੀਤਾ ਬਹੁਤ ਜ਼ਿਆਦਾ ਹੀ ਐਫਰਟ ਕੀਤਾ। ਕੁਝ ਅਸੀਂ ਲੋਕਾਂ ਨੇ ਜਿਹੜੇ ਬਾਹਰ ਰਹੇ ਹਾਂ ਆਪਣੀ ਪਛਾਣ ਦਿਵਾਉਣ ਲਈ ਅਸੀਂ ਬਹੁਤ ਜ਼ਿਆਦਾ ਹਾਰਡ ਵਰਕ ਕੀਤਾ ਵੀ ਅਸੀਂ ਪੱਗਾਂ ਵਾਲੇ, ਚਲੋ ਮੇਰੀ ਤਾਂ ਪੱਗ ਨਹੀਂ ਹੈ, ਪਰ ਅਸੀਂ ਪੱਗਾਂ ਵਾਲੇ ਜਾਂ ਅਸੀਂ ਸਿੱਖ ਲੋਕ ਕੌਣ ਹੈ, ਜਿਹੜਾ ਸਾਡਾ ਚੰਗਾਪਣ ਹੈ। ਕਿਤੇ ਵੀ ਮੈਂ ਜਾਵਾਂ ਤੇ ਉਹ ਕਹਿਣਗੇ ਨਾ ਦੋਸਤ ਉਹ ਯੂ ਇੰਡੀਅਨ ਹੈ, ਮੇਰਾ ਡਾਕਟਰ ਵੀ ਇੰਡੀਅਨ ਹੈ, ਜਾਂ ਤੁਸੀਂ ਸਿੱਖ ਹੈ ਤੇ ਉਹ ਮੇਰਾ ਦੋਸਤ ਵੀ ਸਿੱਖ ਹੈ। ਇਹ ਜਿਹੜੀ ਮੀਡੀਆ ਨੇ ਪਛਾਣ ਦਵਾਈ ਜਾਂ ਅਸੀਂ ਲੋਕਾਂ ਨੇ ਐਫਰਟ ਦੇ ਨਾਲ ਆਪਣੀ ਪਛਾਣ ਕਰਾਈ, ਇਹਦੇ ਨਾਲ ਬਹੁਤ ਜ਼ਿਆਦਾ ਹੀ ਫਰਕ ਪਿਆ। ਇਹ ਜਿਹੜੀ ਡਿਸਕ੍ਰਿਮੀਨੇਸ਼ਨ ਹੈ ਬਹੁਤ ਜ਼ਿਆਦਾ ਹੀ ਘਟ ਗਈ ਹੈ। ਬਿਲਕੁਲ। ਮਲਟੀ ਬਿਜ਼ਨਸਿਸ ਦੇ ਅੱਜ ਤੁਸੀਂ ਓਨਰ ਹੈਗੇ ਹੋ, ਕਿਸ ਤਰ੍ਹਾਂ ਮਲਟੀ ਬਿਜ਼ਨਸਿਸ ਵਿੱਚ ਪਏ? ਕਿਸ ਤਰ੍ਹਾਂ ਕਿਸੇ ਨੇ ਹੱਲਾਸ਼ੇਰੀ ਦਿੱਤੀ ਕਿ ਨਹੀਂ ਤੁਹਾਨੂੰ ਹੁਣ ਬਿਜ਼ਨਸ ਕਰਨਾ ਚਾਹੀਦਾ, ਬਿਜ਼ਨਸ ਵਿੱਚ ਵੜੋਗੇ ਤਾਂ ਤੁਸੀਂ ਕੁਝ ਮੁਕਾਮ ਹਾਸਿਲ ਕਰ ਸਕਦੇ ਹੋ? ਇਹਦੇ ਵਿੱਚ ਜ਼ਿਆਦਾ ਤਾਂ ਮੈਂ ਕਹੂੰਗਾ ਵੀ ਚਲੋ ਪਹਿਲੀ ਗੱਲ ਤਾਂ ਗੁਰੂ ਮਹਾਰਾਜ ਦੀ ਦੇਣ ਹੈ ਜੀ। ਇਹ ਜਿਹੜਾ ਉੱਦਮ ਕਰਨਾ ਆ, ਇਹ ਸਾਡੇ ਜਿਹੜੇ ਧਰਮ ਦੇ ਵਿੱਚ ਹੈ ਵੀ ਉੱਦਮ ਕਰਨਾ। ਚਲੋ ਉੱਦਮ ਤੇ ਮਹਾਰਾਜ ਨੇ ਹੋਰ ਗੱਲਾਂ ਕਹੀਆਂ ਵੀ ਉਸ ਚੀਜ਼ ਦਾ ਉੱਦਮ ਤੇ ਉਹਨੂੰ ਪਾਉਣ ਦਾ ਕਰਨਾ ਹੈ, ਪਰ ਜਿਹੜਾ ਉੱਦਮ ਹੈ ਹਰ ਬੰਦੇ ਨੇ ਮਿਹਨਤ ਕਰਨੀ ਹੈ ਜੀ, ਮਿਹਨਤ ਤੇ ਕਿਰਤ ਕਮਾਈ ਕਰਨੀ ਹੈ। ਮੇਰਾ ਇਹ ਸੀ ਵੀ ਮੈਂ ਜੋ ਵੀ ਮੈਂ ਕਰਦਾ ਮੈਂ ਕਿਸੇ ਦੀ ਮਦਦ ਕਰ ਸਕਾਂ, ਪਰ ਮੈਂ ਮਦਦ ਉਦੋਂ ਕਰ ਸਕਦਾ ਸੀ ਜਦੋਂ ਮੈਂ ਆਪਣੇ ਅੰਦਰੋਂ ਆਪਣੇ ਆਪ 'ਚ ਰਿਚ ਹੈ ਜੀ। ਮੈਂਟਲੀ ਮੇਰੀ ਭੁੱਖ ਜਿਹੜੀ ਮਰ ਗਈ ਆ, ਜਦੋਂ ਮੇਰੀ ਭੁੱਖਾਂ ਪੂਰੀਆਂ ਹੈ ਤੇ ਫਿਰ ਮੈਂ ਮਦਦ ਕਰ ਸਕਦਾ। ਇਸ ਚੀਜ਼ ਨੂੰ ਅੱਗੇ ਲਾ ਕੇ ਮੇਰੀ ਜਿਹੜੀ ਐਂਬੀਸ਼ਨ ਸੀ ਉਹ ਕਹਿੰਦੀ ਸੀ ਕੁਛ ਕਰ ਤੇ ਕਰੀ ਜਾ ਤੇ ਦੂਸਰਿਆਂ ਦੀ ਉਹਨਾਂ ਨੂੰ ਵੀ ਨਾਲ ਉੱਚਾ ਉਠਾਓ। ਬਿਲਕੁਲ। ਪਰ
ਪਹਿਲਾ ਸਟੋਰ ਕਿਹੜਾ ਖੋਲਿਆ ਤੁਸੀਂ, ਕਿੱਥੇ ਖੋਲਿਆ, ਕਿਵੇਂ ਹੋਂਦ ਵਿੱਚ ਆਈ ਹੋ, ਇਹ ਜ਼ਰੂਰ ਅਸੀਂ ਜਾਣਨਾ ਚਾਹਾਂਗੇ। ਕਿਉਂਕਿ ਜਿਹੜਾ ਪਹਿਲਾ ਕਦਮ ਹੁੰਦਾ ਹੈ, ਮੈਂ ਹਮੇਸ਼ਾ ਕਹਿੰਦਾ ਕਿ ਜਦੋਂ ਪਹਿਲਾ ਕਦਮ ਚੁੱਕਣਾ ਹੁੰਦਾ ਨਾ, ਉਹਦੇ ਲਈ ਹਿੰਮਤ ਚਾਹੀਦੀ ਹੁੰਦੀ ਹੈ। ਦੂਸਰਾ ਕਦਮ ਫਿਰ ਤੁਹਾਨੂੰ ਆਪਣੇ ਆਪ ਉੱਠ ਜਾਂਦਾ, ਲੇਕਿਨ ਪਹਿਲਾ ਕਦਮ ਬਹੁਤ ਜ਼ਰੂਰੀ ਹੈ। ਇਹ ਅੰਦਰੋਂ ਜਿਹੜੀ ਐਂਬੀਸ਼ਨ ਹੈ ਨਾ, ਜਿਹੜੀ ਅੰਦਰੋਂ ਇਨਰ ਸਟਰੈਂਥ ਹੈ, ਉਹਦੀ ਲੋੜ ਹੈ। ਉਹ ਸੀ ਅੰਦਰ ਇਹਨੂੰ। ਪਹਿਲਾਂ ਤਾਂ ਇਹ ਜਦੋਂ ਮੇਰਾ ਵਿਆਹ ਹੋ ਗਿਆ ਤੇ ਉਦੋਂ ਦੇਖਿਆ ਵੀ ਪਹਿਲਾ ਬੱਚਾ ਵੀ ਹੋ ਗਿਆ, ਤੇ ਹੁਣ ਮੈਨੂੰ ਜਿਹੜੀ ਪਹਿਲੀ ਇਨਕਮ ਮੈਂ ਪਹਿਲੇ ਵਾਲੀ ਸੀ ਉਹਦੋਂ ਜ਼ਿਆਦਾ ਦੀ ਲੋੜ ਹੈ। ਉਦੋਂ ਤੁਸੀਂ ਕੀ ਕੰਮ ਕਰਦੇ ਸੀ? ਮੈਂ ਫਿਲਮ ਇੰਡਸਟਰੀ 'ਚ ਕੰਮ ਕਰਦਾ ਸੀ। ਅੱਛਾ। ਹਾਂਜੀ, ਫਿਲਮ ਨੇ ਮੈਂ ਸ਼ੁਰੂ ਕੀਤਾ ਸੀ ਫਿਲਮ ਸਕੂਲ ਤੋਂ ਬਾਅਦ। ਮੈਂ ਉਹਦੇ ਵਿੱਚ ਅਜੇ ਸ਼ੁਰੂ ਕਰ ਰਿਹਾ ਸੀ। ਕੋਈ ਇੱਥੇ ਜੌਬ ਮਿਲ ਗਈ ਪ੍ਰੋਡਕਸ਼ਨ ਦੇ ਵਿੱਚ, ਕੋਈ ਇੱਥੇ ਮਿਲ ਗਈ ਐਂਡ ਆਲ ਦੈਟ। ਆਈ ਵਾਸ ਸਟਰਗਲਿੰਗ ਐਂਡ ਆਲ ਦੈਟ। ਤੇ ਹੌਲੀ ਹੌਲੀ ਗੱਡੀ ਜਿਹੜੀ ਚੱਲ ਪਈ ਸੀਗੀ, ਜਿੱਥੇ ਮੈਨੂੰ ਹਰ ਰੋਜ਼ ਫੋਨ ਆਉਣ ਲੱਗ ਪਏ ਸੀਗੇ ਵੀ ਹਾਂ ਭਾਈ ਇਹਨੂੰ ਵੀ ਇਸ ਪ੍ਰੋਡਕਸ਼ਨ ਤੇ ਤੇਰੀ ਲੋੜ ਹੈ। ਜੀ ਹਾਂਜੀ। ਤੇ ਉਸ ਤੋਂ ਬਾਅਦ ਫਿਰ ਜਦੋਂ ਮੇਰਾ ਵਿਆਹ ਹੋ ਗਿਆ, ਤੇ ਵਿਆਹ ਤੋਂ ਬਾਅਦ ਅਸੀਂ ਇੱਕ ਵਾਈਨ ਸਟੋਰ, ਲਿਕਰ ਸਟੋਰ ਜਿਹੜਾ ਲਿਆ ਸੀ। ਮੈਂ ਸੋਚਿਆ ਵੀ ਵਾਈਫ ਇਹਦੇ ਵਿੱਚ ਆਪਣਾ ਟਾਈਮ ਪੂਰਾ ਕਰੀ ਜਾਊਗੀ ਤੇ ਮੈਂ ਆਪਣੀ ਫਿਲਮ ਇੰਡਸਟਰੀ ਦੇ ਵਿੱਚ ਜੋ ਵੀ ਮੈਂ ਕਰਦਾ ਉਹਨੂੰ ਵਧਾਈ ਜਾਊਂਗਾ ਜੀ। ਉਹ ਹੌਲੀ ਹੌਲੀ 2-3 ਮਹੀਨੇ ਦੇ ਵਿੱਚ ਕੁਝ ਸਾਡਾ ਐਫਰਟ, ਕੁਝ ਕਸਟਮਰ ਸਰਵਿਸ, ਕੁਝ ਆਪਣੇ ਆਪ ਨੂੰ ਹੰਬਲ ਰੱਖ ਕੇ ਉਹ ਚੀਜ਼ ਨੂੰ ਕਰਨਾ, ਤੇ ਉਹ ਲੋਕਾਂ ਨੂੰ ਚੰਗਾ ਲੱਗਾ। ਤੇ ਉਹ ਜਿਹੜੀ ਬਿਜ਼ਨਸ ਸੀ ਸਾਡੀ, ਉਹ ਡਬਲ ਜਾਂ ਟ੍ਰਿਪਲ ਹੋ ਗਈ ਨੇ ਵਾਲੀਅਮ ਦੇ ਵਿੱਚ। ਉਹ ਬਿਜ਼ਨਸ ਰੰਗ ਲਿਆਇਆ। ਉਹ ਰੰਗ ਲਿਆ ਜੀ। ਤੇ ਫਿਰ ਜਿੱਥੋਂ ਮੈਂ ਪੈਸੇ ਮੰਗ ਕੇ ਆਪਣੇ ਦੋਸਤਾਂ ਤੋਂ, ਰਿਸ਼ਤੇਦਾਰਾਂ ਤੋਂ ਉਹ ਬਿਜ਼ਨਸ ਸ਼ੁਰੂ ਕੀਤੀ ਸੀ, ਤੇ ਸਾਰੀਆਂ ਬੈਂਕਾਂ ਨੇ ਮੈਨੂੰ ਰਿਫਿਊਜ਼ ਕਰਤਾ ਸੀ ਵੀ ਅਸੀਂ ਤਾਂ ਜੀ ਬਿਗਿਨਰ ਨੂੰ ਦਿੰਦੇ ਨਹੀਂ ਗੇ, ਤੁਹਾਡਾ ਤਾਂ ਐਕਸਪੀਰੀਅੰਸ ਹੈ ਨਹੀਂ। ਉੱਥੇ ਉਹ ਬੈਂਕਾਂ ਮੇਰੇ ਕੋਲ ਆਉਣ ਲੱਗ ਪਈਆਂ, ਆਪ ਛੱਡ ਜਾਂਦੇ ਸੀ ਕਾਰਡ ਵੀ ਭਾਈ ਤੁਸੀਂ ਇਹਨੂੰ ਵਧਾਓ ਤੇ ਅਸੀਂ ਤੁਹਾਡੇ ਨਾਲ ਹਾਂ ਜੀ ਜੀ। ਤੇ ਇਹ ਕਾਰਨ, ਪਰ ਮੈਂ ਇਹ ਕਹੂੰਗਾ ਵੀ ਸਾਰਿਆਂ ਨੂੰ ਪਹਿਲੀ ਗੱਲ ਤਾਂ ਹੈ ਵੀ ਜਿਹੜੇ ਬੰਦਾ ਆਪਣੇ ਆਪ ਨੂੰ ਹੰਬਲ ਰੱਖਦਾ ਆ, ਰੱਬ ਤੇ ਵਿਸ਼ਵਾਸ ਰੱਖਦਾ ਆ, ਤੇ ਮੈਂ ਕੁਛ ਨਹੀਂ ਉਹ ਕਰਨੇ ਵਾਲਾ ਆ, ਤੇ ਫਿਰ ਸਾਰੇ ਰੰਗ ਲੱਗ ਜਾਂਦੇ ਜੀ। ਬਿਲਕੁਲ ਠੀਕ ਹੈ। ਪਰ ਅੱਜ ਪੰਜਾਬ ਦੀ ਤੁਸੀਂ ਤਸਵੀਰ ਕੀ ਦੇਖਦੇ ਹੋ? ਕਿਉਂਕਿ ਬਹੁਤ ਸਾਰੇ ਜਿਹੜੇ ਬੱਚੇ ਹੈਗੇ ਨੇ, ਯੂਥ ਜਿਹੜਾ ਹੈਗਾ, ਪੰਜਾਬ ਨਹੀਂ ਬਲਕਿ ਮੈਂ ਪੂਰੇ ਭਾਰਤ ਦੀ ਗੱਲ ਕਰਾਂਗਾ, ਜਦੋਂ ਇੱਥੇ ਵੱਡੇ ਬਿਜ਼ਨਸ ਟਾਈਕੂਨਸ ਨੂੰ ਦੇਖਦੇ ਨੇ ਕਿ ਉਹ $20, $50, $500 ਲੈ ਕੇ ਗਏ ਸੀ ਔਰ ਅੱਜ ਉਹਨਾਂ ਨੇ ਅਰਬਾਂ ਖਰਬਾਂ ਦੀ ਉੱਥੇ ਪ੍ਰਾਪਰਟੀ ਬਣਾ ਲਈ ਹੈ, ਵੱਡੇ ਬਿਜ਼ਨਸ ਇੰਪਾਇਰ ਖੜੇ ਕਰ ਲਏ ਹੈ। ਸੋ ਯੂਥ ਨੂੰ ਲੱਗਦਾ ਹੈ ਕਿ ਅਸੀਂ ਉੱਥੇ ਜਾਵਾਂਗੇ, ਅਸੀਂ ਵੀ ਕਿਸੇ ਨਾ ਕਿਸੇ ਤਰੀਕੇ ਨਾਲ ਉਸ ਪਾਇਦਾਨ ਨੂੰ ਹਾਸਿਲ ਕਰ ਲਾਂਗੇ, ਅਸੀਂ ਵੀ ਜਾ ਕੇ ਉੱਥੇ ਕਰੋੜਪਤੀ ਬਣ ਜਾਵਾਂਗੇ। ਜਿਸ ਦੇ ਏਵਜ਼ ਵਿੱਚ, ਜਿਸ ਦੇ ਚੱਕਰ ਵਿੱਚ ਆ ਕੇ ਉਹ ਆਪਣੇ ਪਿਓ ਦਾਤੀਆਂ ਦੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ 40-40, 50 ਲੱਖ ਰੁਪਏ ਲਗਾ ਕੇ ਵੀ ਲੀਗਲੀ ਨਹੀਂ ਆ ਸਕਦਾ, ਫਿਰ ਇਲੀਗਲ ਦਾ ਰਸਤਾ ਅਪਣਾਉਂਦੇ ਨੇ, ਕਿਸੇ ਨਾ ਕਿਸੇ ਤਰੀਕੇ ਨਾਲ ਬਾਰਡਰ ਪਾਰ ਕਰਕੇ ਇੱਥੇ ਆਉਂਦੇ ਨੇ। ਕੀ ਵਾਕਈ ਉਹਨਾਂ ਨੂੰ ਜੋ ਇੱਥੇ ਸੁਪਨੇ ਵਿਖਾਈ ਦਿੰਦੇ ਨੇ, ਜੋ ਡਾਲਰ ਪਾਉਂਡ ਦੀ ਜਿਹੜੀ ਚਮਕ ਹੈ, ਉਹ ਵਾਕਈ ਇੱਥੇ ਹੀ ਹੈਗੀ ਹੈ? ਕੀ ਵਾਕਈ ਡਾਲਰ ਕਮਾਉਣੇ ਇੰਨੇ ਸੌਖੇ ਹੈਗੇ ਇੱਥੇ? ਦੇਖੋ ਜੀ, ਕਮਾਈ ਤੇ ਕਿਸੇ ਵੀ ਜਗ੍ਹਾ ਤੇ ਇੰਨੀ ਸੌਖੀ ਨਹੀਂ। ਜਿਹੜੀ ਸਖਤ ਮਿਹਨਤ ਹੈ ਉਹ ਕਰਨੀ ਪਏਗੀ। ਜਿਹੜੀਆਂ ਮਿਹਨਤਾਂ ਕੀਤੀਆਂ ਨੇ, ਯਾਨੀ ਕਿ ਉਹ ਇਸ ਵੇਲੇ ਤੇ ਇਹੀ ਲੱਗਦਾ ਵੀ ਸ਼ਾਇਦ ਮਿਹਨਤ ਨਹੀਂ, ਪਰ ਮਿਹਨਤ ਤੇ ਬਹੁਤ ਸਖਤ। 18-18, 20-20 ਘੰਟੇ ਮੈਂ ਤੇ ਮੇਰੀ ਵਾਈਫ ਅਸੀਂ ਕੰਮਾਂ ਤੇ ਜਾਂਦੇ ਨੇ। ਬੱਚਿਆਂ ਨੂੰ ਅਸੀਂ ਨਾਲ ਲੈ ਜਾਣਾ, ਕਈ ਵਾਰੀ ਆਪਣੇ ਉੱਥੇ ਸਟੋਰ ਦੇ ਵਿੱਚ ਹੀ, ਆਫਿਸ ਦੇ ਵਿੱਚ ਹੀ ਉਹਦਾ ਕ੍ਰਿਬ ਬਣਾਇਆ ਜਾਂਦਾ ਸੀ, ਉੱਥੇ ਉਹਨੂੰ ਕੇਲੇ ਪਾ ਦੇਣਾ, ਉੱਥੇ ਉਹਦਾ ਦੁੱਧ ਪਾਣੀ ਉਹਨੂੰ ਦੇ ਕੇ ਤੇ ਮੁੜ ਕੇ ਕੰਮ ਤੇ ਫੇਰ ਚੱਲ ਜਾਣਾ। ਇਹ ਮਿਹਨਤਾਂ ਇੱਦਾਂ ਕਰਨੀਆਂ ਪਈਆਂ। ਤੇ ਅੱਜ ਕੱਲ੍ਹ ਇਹੀ ਹੈ, ਮੈਂ ਤਾਂ ਇਹੀ ਕਹੂੰਗਾ ਵੀ ਆਪਣੇ ਆਪ ਨੂੰ ਹੰਬਲ ਰੱਖੋ ਤੇ ਹਾਰਡ ਵਰਕ ਲਈ ਰੈਡੀ। ਪਰ ਉਹ ਹਾਰਡ ਵਰਕ ਅਸੀਂ ਇੰਡੀਆ ਦੇ ਵਿੱਚ ਵੀ ਕਰ ਸਕਦੇ ਹਾਂ। ਮੈਂ ਬਹੁਤ ਹੀ ਬੱਚਿਆਂ ਨੂੰ ਮਿਲਦਾ ਉੱਥੇ। ਮੈਂ ਇੱਥੇ ਕਈ ਵਾਰੀ ਆਫਰ ਵੀ ਕੀਤਾ ਵੀ ਭਾਈ ਜੇ ਤੂੰ ਪੜ੍ਹੇ ਤੇ ਮੈਂ ਤੇਰੀ ਪੜ੍ਹਾਈ ਦਾ ਖਰਚਾ ਤੈਨੂੰ, ਜੇ ਹੈ ਨਹੀਂ ਤਾਂ। ਉਹ ਕਹਿੰਦੇ ਜੀ ਨਹੀਂ, ਇੱਥੇ ਨਹੀਂ, ਜੇ ਅਸੀਂ ਪੜ੍ਹਨਾ ਤੇ ਬਾਹਰ ਜਾ ਕੇ ਪੜ੍ਹਨਾ। ਇਹ ਇੱਕ ਬਣ ਗਿਆ ਉਹਨਾਂ ਦਾ, ਸੋਚ ਬਣ ਗਈ, ਇਹ ਸੋਚ ਬਣ ਗਈ ਹੈ। ਪਰ ਜੇ ਉਹ ਸੋਚ ਨੂੰ ਬਦਲ ਲੈਣ, ਜੋ ਕੰਮ ਵੀ ਉੱਥੇ ਨਹੀਂ ਮਿਲਦਾ ਪਰ ਉੱਥੇ ਪੜ੍ਹਾਈ ਤਾਂ ਮਿਲਦੀ ਹੈ। ਪੜ੍ਹਾਈ ਤਾਂ ਬਹੁਤ ਟਾਪ ਦੀ ਇੰਡੀਆ ਦੇ ਵਿੱਚ। ਬਿਲਕੁਲ ਬਿਲਕੁਲ। ਤੇ ਜੇ ਉਹ ਉੱਥੋਂ ਪੜ੍ਹਾਈ ਕਰ ਲੈਣ ਤੇ ਸਾਰੀ ਦੁਨੀਆ ਦੇ ਵਿੱਚ ਉਹਨਾਂ ਦੀ ਡਿਮਾਂਡ ਹੈਗੀ ਆ। ਰਹੀ ਗੱਲ ਵੀ ਆ ਜਿਹੜੀ ਪੈਸਿਆਂ ਦੀ ਚਮਕ ਹੈ, ਇਹ ਦੂਰੋਂ ਲੱਗਦਾ, ਪਰ ਇੱਥੇ ਮਿਹਨਤ ਜਿਹੜੀ ਹੈ ਉਹ ਕਰਨੀ ਅਜੇ ਵੀ ਕਰ ਰਹੇ ਆ। ਦਿਨ ਰਾਤ ਇੱਕ ਵਾਰੀ ਹੋ ਜਾਂਦਾ ਆ, ਕਈ ਵਾਰ ਰਾਤ ਦੇ 11 ਵੀ ਵੱਜ ਜਾਂਦੇ ਆ ਜਾਂ ਕਈ ਵਾਰ 24 ਘੰਟੇ ਵੀ ਆ। ਤੇ ਇਹ ਜਿਹੜੀ ਮਿਹਨਤ ਹੈ, ਜੇ ਬੰਦਾ ਕਿਤੇ ਵੀ ਕਰਦਾ ਹੈ, ਪਰ ਮੈਂ ਇੱਕੋ ਹੀ ਯੂਥ ਨੂੰ ਗੱਲ ਕਹੂੰਗਾ, ਉਹ ਇੱਥੋਂ ਦੇ ਆ ਜਾਂ ਹੋਰ ਕਿਤੇ ਦੇ ਆ, ਵੀ ਜਿਹੜੀ ਪੜ੍ਹਾਈ ਹੈ ਉਹਨੂੰ ਪੂਰੀ ਕਰ ਲਓ, ਬਹੁਤ ਵਧੀਆ ਤਰੀਕੇ ਨਾਲ ਕਰ ਲਓ। ਪੜ੍ਹੇ ਹੋਏ ਲਿਖੇ ਬੰਦੇ ਦੀ ਹਰ ਥਾਂ ਹੀ ਡਿਮਾਂਡ। ਬਿਲਕੁਲ। ਬਹੁਤ ਸਾਲਾਂ ਤੋਂ ਤੁਸੀਂ ਅਮਰੀਕਾ ਨੂੰ ਦੇਖਿਆ, ਬਹੁਤ ਨੇੜਿਓਂ ਵੇਖਿਆ ਹੈ, ਇੱਥੋਂ ਦੇ ਪੋਲੀਟਿਕਸ ਨੂੰ ਬਹੁਤ ਨੇੜਿਓਂ ਵੇਖਿਆ, ਤੁਸੀਂ ਪੋਲੀਟੀਸ਼ੀਅਨਸ ਨੂੰ ਵੇਖਿਆ। ਬੱਚੇ ਸਾਡੇ ਪੋਲੀਟੀਸ਼ੀਅਨਸ ਕਿਉਂ ਨਹੀਂ ਬਣ ਰਹੇ? ਕਿਉਂ ਪੋਲੀਟਿਕਸ ਤੋਂ ਦੂਰ ਹੁੰਦੇ ਜਾ ਰਹੇ ਹੈ? ਕਿਉਂਕਿ ਜੇਕਰ ਉਹ ਪੋਲੀਟਿਕਸ ਵਿੱਚ ਆਉਣਗੇ ਤਾਂ ਜਿਹੜੀ ਸਾਡੀ ਪਛਾਣ ਹੈ ਹੋਰ ਮਜ਼ਬੂਤੀ ਨਾਲ ਅੱਗੇ ਵਧੇਗੀ। ਪਰ ਕਿਤੇ ਨਾ ਕਿਤੇ ਅੱਜ ਬੱਚੇ ਪੋਲੀਟਿਕਸ ਤੋਂ ਦੂਰ ਭੱਜਦੇ ਜਾ ਰਹੇ ਨੇ। ਇੱਕ ਹੋਰ ਇੱਥੇ ਜ਼ਰੂਰ ਗੱਲ ਕਰਾਂਗਾ, ਕਿਉਂਕਿ
ਪੇਰੈਂਟਸ ਕਈ ਵਾਰੀ ਆਪਣੇ ਬੱਚਿਆਂ ਨੂੰ ਕਹਿੰਦੇ ਨੇ ਕਿ ਬੇਟਾ ਤੁਸੀਂ ਲਾਇਰ ਬਣਨਾ ਹੈ, ਬਿਜ਼ਨਸਮੈਨ ਬਣਨਾ ਹੈ, ਡਾਕਟਰ ਬਣਨਾ ਹੈ, IT ਇੰਡਸਟਰੀ ਜਾਣਾ ਹੈ, ਚੰਦ 'ਤੇ ਵੀ ਪਹੁੰਚਣਾ ਹੈ, ਜਾਓ। ਲੇਕਿਨ ਕੋਈ ਵੀ ਪੇਰੈਂਟਸ ਆਪਣੇ ਬੱਚਿਆਂ ਨੂੰ ਇਹ ਨਹੀਂ ਕਹਿੰਦਾ ਕਿ ਬੇਟਾ ਤੁਸੀਂ ਵੱਡੇ ਹੋ ਕੇ ਨਾ ਪੋਲੀਟੀਸ਼ੀਅਨ ਬਣਨਾ। ਕਿਉਂ? ਹਰ ਕੋਈ ਚਾਹੁੰਦਾ ਹੈ ਜ਼ਿੰਦਗੀ ਦੇ ਵਿੱਚ ਵੀ ਜਿਹੜਾ ਲਾਈਫ ਦਾ ਕੋਈ ਉਹਨਾਂ ਨੂੰ ਸ਼ਾਰਟਕਟ ਮਿਲ ਜਾਏ, ਹਾਂਜੀ। ਪੈਸੇ ਬਣਾਉਣ ਦੀ ਸ਼ਾਰਟਕਟ ਮਿਲ ਜਾਏ, ਜਿਹਦੇ ਬਾਰੇ ਉਹਨਾਂ ਨੂੰ ਨਹੀਂ ਪਤਾ। ਉਹਨਾਂ ਨੂੰ ਲੱਗਦਾ ਵੀ ਹੋ ਸਕਦਾ ਇਹ ਰਾਹ ਲੰਬਾ ਹੋਏਗਾ। ਪੋਲੀਟਿਕਸ ਚਲੋ ਇਸ ਕਰੀਅਰ ਹੈਗਾ ਹੈ ਪੋਲੀਟੀਸ਼ੀਅਨ ਦਾ, ਪਰ ਉਸ ਤੋਂ ਪਹਿਲਾਂ ਕੋਈ ਜ਼ਰੂਰੀ ਨਹੀਂ ਵੀ ਪੋਲੀਟਿਕਸ ਦੇ ਵਿੱਚ ਮੈਂ ਉੱਥੇ ਪੂਰੇ ਪੈਸੇ ਕਮਾਉਣੇ। ਜਿਵੇਂ ਆਪਣਾ ਇਹ ਮੇਰਾ ਗੋਲ ਹੈ ਵੀ ਆਪਣੀ ਕਮਾਈ ਠੀਕ ਕਰਦੇ ਕਰਦੇ ਮੈਂ ਕਿਸੇ ਦੀ ਮਦਦ ਕਰ ਸਕਾਂ, ਕਿਸੇ ਲਾਦ ਮੈਂ ਵੀ ਪੋਲੀਟਿਕਸ ਜਾ ਸਕਾਂ ਜਿੱਥੇ ਮੈਂ ਕਿਸ ਤਰ੍ਹਾਂ ਕਿਸੇ ਦੀ ਮਦਦ ਕਰ ਸਕਾਂ। ਹੋ ਸਕਦਾ ਉਹਦੇ ਵਿੱਚ ਪੈਸੇ ਨਾ ਹੋਣ, ਪਰ ਅਗੇਨ ਗੱਲ ਉੱਥੇ ਹੀ ਆ ਗਈ ਵੀ ਜਿੱਲੇ ਤੁਸੀਂ ਹਾਰਡ ਵਰਕ ਕਰੋਗੇ, ਤੁਹਾਡਾ ਅੰਦਰੋਂ ਜਿਹੜਾ ਆ ਤੁਹਾਡੀ ਜਿਹੜੀ ਮਨ ਦੀ ਭੁੱਖ ਆ ਪੂਰੀ ਹੋ ਜਾਊਗੀ, ਫਿਰ ਤੁਸੀਂ ਜ਼ਰੂਰ ਤੁਹਾਨੂੰ ਦੇਣਾ ਚਾਹੀਦਾ ਵੀ ਹੈ, ਉੱਧਰ ਜਾਣਾ ਚਾਹੀਦਾ। ਰਹੀ ਗੱਲ ਬੱਚਿਆਂ ਤੇ, ਉਹਨਾਂ ਨੂੰ ਟੀਚ ਤੇ ਇਹ ਇੱਕ ਤਾਂ ਪਹਿਲਾਂ ਜਿਹੜੀ ਪਹਿਲੀ ਜਨਰੇਸ਼ਨ ਹੈ ਉਹ ਤਾਂ ਅਜੇ ਤਾਂ ਹਾਰਡ ਵਰਕ ਸੀਗੇ। ਜਿਹੜੀ ਦੂਸਰੀ ਜਨਰੇਸ਼ਨ ਉਹ ਆਪਣੇ ਨੂੰ ਐਸਟੈਬਲਿਸ਼ ਇੰਨਾ ਸਮਝਦੇ ਨਹੀਂਗੇ, ਪਰ ਇਹ ਚੇਂਜ ਕੈਨੇਡਾ ਦੇ ਵਿੱਚ ਆ ਗਈ ਹੈ। ਬਿਲਕੁਲ ਕੈਨੇਡਾ ਦੇ ਵਿੱਚ ਆ ਗਈ ਹੈ, ਜਿੱਥੇ ਉਹ ਆਪਣੇ ਨੂੰ ਐਸਟੈਬਲਿਸ਼ ਸਮਝਦੇ ਆ ਤੇ ਉਹ ਪੋਲੀਟਿਕਸ ਦੇ ਵਿੱਚ ਵੀ ਜਾਣ ਲੱਗ ਪਏ। ਹੋ ਸਕਦਾ ਅਮਰੀਕਾ ਦੇ ਵਿੱਚ ਵੀ ਹੋ ਜਾਏਗਾ। ਪਹਿਲਾਂ ਤਾਂ ਆਪਾਂ ਨੂੰ ਇਹ ਜਿਹੜਾ ਇੱਥੋਂ ਦਾ ਕਾਨੂੰਨ ਹੈ ਉਹਦੇ ਬਾਰੇ ਸਿੱਖਣ ਦੀ ਲੋੜ ਹੈ, ਫਿਰ ਅਸੀਂ ਕਾਨੂੰਨ ਮੇਕਰਸ, ਜਿਹਨਾਂ ਨੂੰ ਲਾ ਮੇਕਰਸ ਕਹਿੰਦੇ ਆ, ਉਹ ਬਣ ਸਕਦੇ ਆ। ਤੇ ਪਰ ਬੱਚਿਆਂ ਨੂੰ ਇਸ ਗੱਲ ਤੇ ਇਨਕਰੇਜ ਨਹੀਂ ਕੀਤਾ ਜਾਂਦਾ, ਉਹ ਲੀਡਰਸ਼ਿਪ ਨਹੀਂ ਦਿੱਤੀ ਜਾਂਦੀ। ਇਹ ਪਲੇਟਫਾਰਮ ਕਈ ਵਾਰੀ ਮਨ 'ਚ ਆਉਂਦਾ ਆ ਵੀ ਅਸੀਂ ਇਹੋ ਜਿਹੀਆਂ ਐਸੋਸੀਏਸ਼ਨਾਂ, ਮੀਟਿੰਗਾਂ ਜਾਂ ਹੋਰ ਜਿੱਥੇ ਲੋਕ ਇਕੱਠੇ ਹੁੰਦੇ ਉੱਥੇ ਕੀਤਾ ਜਾਏ, ਜਿੱਥੇ ਇਹ ਪਲੇਟਫਾਰਮ ਦਿੱਤਾ ਜਾਵੇ। ਦੇ ਹੈਵ ਆਪਰਚੁਨਿਟੀ ਟੂ ਫੀਲ ਦੈਟ ਦੇ ਕੈਨ ਬੀ ਸਮਬਡੀ। ਇਹਦੇ ਵਿੱਚ ਉਹਨਾਂ ਨੂੰ ਇਹ ਲੰਬਾ ਰਾਹ ਲੱਗਦਾ, ਉਹਨਾਂ ਨੂੰ ਸ਼ਾਰਟਕਟ ਇਹ ਕੰਮ ਕਰਨੇ ਦੇ ਵਿੱਚ, ਟਰੱਕ ਚਲਾਉਣ ਦੇ ਵਿੱਚ ਜਾਂ ਸਟੋਰ ਖੋਲ੍ਹਣ ਦੇ ਵਿੱਚ ਉਹਨਾਂ ਨੂੰ ਸ਼ਾਰਟਕਟ ਦੇ ਦਿੱਤੀ ਆ ਵੀ ਮੈਂ ਸਵੇਰੇ ਉੱਠ ਕੇ ਜਾ ਕਰ ਲੈਣਾ ਹੈ। ਪਰ ਇਹ ਪਲੇਟਫਾਰਮ ਦਿੱਤਾ ਜਾਏਗਾ, ਦੇਣਾ ਚਾਹੀਦਾ ਵੀ ਹੈ, ਤੇ ਆਈ ਫੀਲ ਦੈਟ ਦੇ ਆਰ ਲਿਟਲ ਡਿਸਟੈਂਸ ਫਰਮ ਦੈਟ। ਬਿਲਕੁਲ ਠੀਕ ਹੈ, ਪਰ ਕਿਤੇ ਨਾ ਕਿਤੇ ਪੋਲੀਟਿਕਸ ਜਿਹੜਾ ਨਾ, ਪਹਿਲਾਂ ਇੱਕ ਵਰਡ ਸੀਗਾ, ਪੋਲੀਟਿਕਸ ਨੂੰ ਅਸੀਂ ਸੇਵਾ ਦਾ ਰੂਪ ਦਿੰਦੇ ਸੀਗੇ ਕਿ ਤੁਸੀਂ ਆਪਣੇ ਗਲੀ ਮੁਹੱਲੇ ਦੀ ਸੇਵਾ ਕਰਨੀ ਹੈ, ਫਿਰ ਤੁਸੀਂ ਆਪਣੇ ਸ਼ਹਿਰ ਦੀ ਸੇਵਾ ਕਰਨੀ ਹੈ, ਆਪਣੇ ਸਟੇਟ ਦੀ ਸੇਵਾ ਕਰਨੀ ਹੈ, ਤਾਂ ਆਪਣੇ ਮੁਲਕ ਦੀ ਸੇਵਾ ਕਰਨੀ ਹੈ। ਪੋਲੀਟਿਕਸ ਸੇਵਾ ਦਾ ਵਰਡ ਸੀਗਾ, ਪਰ ਅੱਜ ਪੋਲੀਟਿਕਸ ਇੱਕ ਨੈਗੇਟਿਵ ਟਰਮ ਦੇ ਨਾਲ ਯੂਜ਼ ਕੀਤਾ ਜਾਂਦਾ ਹੈ। ਬੱਚੇ ਇਸ ਕਰਕੇ ਵੀ ਦੂਰ ਹੁੰਦਾ ਹੈ ਕਿ ਨਹੀਂ, ਪੋਲੀਟਿਕਸ ਵਿੱਚ ਫਸਣਾ ਨਹੀਂ ਅਸੀਂ। ਉਹ ਜੋ ਅਸੀਂ ਦੇਖ ਰਹੇ ਹਾਂ ਨਾ, ਜਿਹੜਾ ਅਸੀਂ ਹੋਰਨਾਂ ਦੇ ਵਿੱਚ ਦੇਖ ਰਹੇ ਹਾਂ, ਉਹ ਪੰਜਾਬ ਦੀ ਸਰਕਾਰ ਦੇ ਵਿੱਚ ਜਾਂ ਇੱਥੋਂ ਦੀ ਸਰਕਾਰ ਦੇ ਵਿੱਚ ਜਾਂ ਕਿਸੇ ਹੋਰ ਮੁਲਕ ਦੀ ਸਰਕਾਰ ਦੇ ਵਿੱਚ, ਵੀ ਇਹਦੇ ਵਿੱਚ ਇਮਾਨਦਾਰੀ, ਆਨੈਸਟੀ ਹੈ ਨਹੀਂ। ਇਹ ਅਸੀਂ ਦੇਖ ਰਹੇ ਹਾਂ। ਇਹਨੂੰ ਵੀ ਚਲੋ ਮੈਂ ਤਾਂ ਇਮਾਨਦਾਰ ਹੀ ਰਹੂੰਗਾ, ਪਰ ਦੁਨੀਆ ਕਹਿੰਦੀ ਹੈ ਵੀ ਭਾਈ ਜੇ ਤੂੰ ਪੋਲੀਟੀਸ਼ੀਅਨ ਬਣ ਗਿਆ ਤੇ ਤੈਨੂੰ ਉਨੀ ਫਿਰ ਤੇਰੀ ਇਮਾਨਦਾਰੀ ਰਹਿਣ ਨਹੀਂ ਦੇਣੀ। ਸੋ ਇਹ ਜਿਹੜਾ ਪਲੇਟਫਾਰਮ, ਕਿਸੇ ਵੀ ਪੋਲੀਟੀਸ਼ੀਅਨ ਨੂੰ ਇਮਾਨਦਾਰ ਮੰਨਦੇ ਨਹੀਂ ਹੈ, ਚਾਹੇ ਉਹ ਹੁੰਦਾ ਵੀ ਹੋਵੇ, ਮੰਨਿਆ ਜਾਂਦਾ ਨਹੀਂ। ਕਿਉਂ? ਜਿਹੜੇ ਚਲੋ ਇੱਕ ਤਾਂ ਹੋਏਗਾ, ਪਰ ਜਿਹੜੇ 99% ਬਾਕੀ ਦੇ ਉਹ ਨਹੀਂ ਨਾ। ਜੀ ਕਿਉਂ? ਗੱਲ ਜਿਹੜੀ ਜਾਂ ਤਾਂ ਕੋਈ ਆਪਣੀ ਗੱਲ ਤੇ ਰੁਕੇ, ਜਿਹੜੀ ਗੱਲ ਉਹਨੇ ਕਹੀ ਆ ਉਹਨੂੰ ਕੀਤਾ ਵੀ ਜਾਵੇ। ਸਾਡੇ ਸਾਹਮਣੇ ਪੰਜਾਬ ਦੀ ਸਰਕਾਰ ਹੈ, ਜਾਂ ਜੋ ਵੀ ਮੈਂ ਪਹਿਲੀਆਂ ਦੀ ਗੱਲ ਕਰਦਾ। ਜੇ ਕੋਈ ਕਹਿੰਦਾ ਜੀ ਵੀ ਇੱਥੇ ਡਰੱਗ ਬਹੁਤ ਹੈ, ਕੋਈ ਕਹਿੰਦਾ, ਪਰ ਐਂਡ ਤੇ ਜਾ ਕੇ ਇਹੀ ਆ ਵੀ ਜਿਹੜੀ ਵੱਡੀ ਰਿਸ਼ਤਾਂ ਬੰਦ ਕੀਤੀਆਂ ਜਾਣ। ਇਹ ਪੋਲੀਟਿਕਸ ਨੂੰ ਸਾਰੇ ਇਹੀ ਕਹਿੰਦੇ ਵੀ ਪੋਲੀਟਿਕਸ ਇਹ ਉੱਤੋਂ ਸ਼ੁਰੂ ਹੁੰਦਾ ਜੀ। ਬਾਦਲ ਸਾਹਿਬ ਦੀ ਸਰਕਾਰ ਹੈ ਵੀ ਇਹ ਉੱਤੋਂ ਸ਼ੁਰੂ ਹੋਇਆ ਸੀ ਵੀ ਪਟਵਾਰੀਆਂ ਤੋਂ ਇੰਨਾ ਕਲੈਕਟ ਕਰਨਾ, ਤਹਿਸੀਲਦਾਰਾਂ ਤੋਂ ਇੰਨਾ ਕਲੈਕਟ ਕਰਨਾ, ਜਾਂ ਜੋ ਵੀ ਹੈ। ਚਲੋ ਇਹ ਤਾਂ ਚਲੋ ਗੱਲਾਂ ਹੈ, ਇਹ ਰੂਮਰ ਹੈ, ਪਰ ਜਿਹੜੀ ਅਸਲੀਅਤ ਹੈ ਉਹ ਆ ਵੀ ਇਮਾਨਦਾਰੀ ਨਾਲ ਜੇ ਚੱਲਿਆ ਜਾਵੇ ਤੇ ਇਹ ਕ੍ਰੀਏਟ ਕੀਤਾ ਜਾਵੇ ਪਲੇਟਫਾਰਮ 'ਤੇ ਸਾਰੀ ਦੁਨੀਆ ਇਮਾਨਦਾਰ ਹੈ, ਮੈਂ ਆਪ ਇਮਾਨਦਾਰ ਰਹਿਣਾ ਤੇ ਦੁਨੀਆ ਇਮਾਨਦਾਰ ਮਿਲ ਜਾਂਦੀ ਤੁਹਾਨੂੰ। ਤੁਸੀਂ ਨਸ਼ਿਆਂ ਦੀ ਗੱਲ ਕੀਤੀ ਔਰ ਪੰਜਾਬ ਦੀ ਗੱਲ ਕੀਤੀ ਹੈ। ਪੰਜਾਬ ਵਿੱਚ ਅੱਜ ਕੱਲ੍ਹ ਇੱਕ ਹੋਰ ਨਵਾਂ ਦਰਿਆ ਜਿਹੜਾ ਕਹਿ ਰਹੇ ਨੇ ਕਿ ਪੰਜਾਬ ਵਿੱਚ ਨਸ਼ਿਆਂ ਦਾ ਦਰਿਆ ਜਿਹੜਾ ਵਹਿ ਰਿਹਾ, ਪਰ ਜਦੋਂ ਅਸੀਂ ਅਮਰੀਕਾ, ਕੈਨੇਡਾ, UK, ਆਸਟ੍ਰੇਲੀਆ ਦੀ ਤਸਵੀਰ ਦੇਖਦੇ ਹਾਂ, ਇੱਥੇ ਤਾਂ ਅਜਿਹੇ ਕਈ ਸੈਂਕੜਿਆਂ ਦੀ ਗਿਣਤੀ ਵਿੱਚ ਨਸ਼ੇ ਨੇ, ਦੁਕਾਨਾਂ 'ਤੇ ਆਮ ਮਿਲਦੇ ਨੇ, ਔਰ ਐਸੇ ਨਾਮ ਦੇ ਨਸ਼ੇ ਨੇ ਜੋ ਕਿ ਨੌਜਵਾਨਾਂ ਨੇ ਕਦੇ ਸੁਣੇ ਵੀ ਨਹੀਂ ਹੋਣਗੇ। ਫਿਰ ਵੀ ਪੰਜਾਬ ਨੂੰ ਕਿਉਂ ਬਦਨਾਮ ਕੀਤਾ ਜਾ ਰਿਹਾ ਨਸ਼ਿਆਂ ਦੇ ਨਾਂ 'ਤੇ? ਜਿਹੜਾ ਜਦੋਂ ਇਹ ਹੁੰਦੀ ਹੈ ਨਾ ਵੀ ਜਿਹੜੀ ਮੈਜੋਰਟੀ ਹੈ 40-50 ਜਾਂ 60% ਜਿਹੜੇ ਆ ਮੁੰਡੇ ਵਿਹਲੇ ਘੁੰਮਦੇ ਆ, ਤੇ ਫਿਰ ਇਹ ਹੀ ਹੋਣਾ ਵੀ ਨਸ਼ਿਆਂ 'ਤੇ ਹੋਣੇ ਆ। ਤੇ ਜਿਹੜਾ ਆਮ ਰੈਗੂਲਰ ਹਾਰਡ ਵਰਕਿੰਗ ਪਰਸਨ ਹੈ, ਨਸ਼ਾ ਕਰਦਾ ਜਾਂ ਨਹੀਂ ਕਰਦਾ ਉਹ ਜੁਦੀ ਗੱਲ ਹੈ। ਉਹ ਆਪਣੀ ਕਮਾਈ ਕਰਦਾ, ਉਹ ਪੜ੍ਹਾਈ ਦੇ ਵਿੱਚ ਵਿਸ਼ਵਾਸ ਕਰਦਾ, ਆਪਣੀ ਗੁੱਡ ਫੈਮਿਲੀ ਰਿਲੇਸ਼ਨਸ਼ਿਪ ਦੇ ਵਿੱਚ ਉਹ ਬਿਲੀਵ ਕਰਦਾ ਇਹਨੂੰ, ਉਹ ਆਪਣੀ ਗੁੱਡ ਬਾਕੀਆਂ ਦੇ ਵਿੱਚ ਜਿਹੜਾ ਇਮੇਜ ਹੈ ਉੱਥੇ ਉਹ ਇੰਨੀ ਦੌੜ ਭੱਜ ਲੱਗੀ ਹੋਈ ਹੈ। ਪਰ
ਅਗੇਨ ਇਟਸ ਰੀਜ਼ਨ ਇਜ਼ ਇਕਾਨਮੀ। ਇਸ ਵੇਲੇ ਆਪਣੀ ਲੋੜ ਤੋਂ ਵਾਧੂ ਜਿਹੜਾ ਪੈਸਾ ਖਰਚਿਆ ਜਾ ਰਿਹਾ ਆ ਜੀ, ਤੇ ਉਹਦੇ ਲਈ ਯਾਨੀ ਕਿ ਉਹਨੂੰ ਮੀਟ ਕਰਨ ਲਈ ਡਿਪਰੈਸ਼ਨ ਹੁੰਦਾ ਆ, ਉਹ ਡਿਪਰੈਸ਼ਨ ਨੂੰ ਪੂਰਾ ਕਰਨ ਲਈ ਫਿਰ ਨਸ਼ਿਆਂ ਦੇ ਵਿੱਚ ਲੋਕ ਜਾ ਰਹੇ ਆ। ਇਹਦਾ ਕੋਈ ਅੰਤ ਹੈ? ਇਹਦਾ ਅੰਤ ਹੈ ਜੀ ਆਪਣੀ ਐਜੂਕੇਸ਼ਨ ਹੋਈ। ਇੱਥੇ ਤੇ ਅਮਰੀਕਾ ਦੇ ਵਿੱਚ ਕੱਲ੍ਹ ਦੀ ਗੱਲ ਹੈ ਨਾ, ਕੱਲ੍ਹ ਅਸੀਂ ਉਹ ਸਾਡਾ ਜਿਹੜਾ ਇੱਥੋਂ ਕੈਲੀਫੋਰਨੀਆ ਦਾ ਰਾਬ ਬਾਂਟਾ ਜਿਹੜਾ ਅਟਰਨੀ ਜਨਰਲ ਹੈ ਜੀ, ਉਹਦੇ ਨਾਲ ਜਦੋਂ ਗੱਲ ਹੋਈ ਤੇ ਗੱਲ ਐਜੂਕੇਸ਼ਨ ਦੀ ਗੱਲ ਹੋਈ ਸੀ, ਪੁਲਿਸ ਫੰਡਿੰਗ ਦੀ, ਡੀ ਫੰਡਿੰਗ ਦੀ। ਉਹ ਕਹਿੰਦਾ ਸੀ ਡੀ ਫੰਡਿੰਗ ਨਹੀਂ ਜੀ, ਅਸੀਂ ਕਹਿ ਰਹੇ ਸੀ ਡਿਵਰਟ ਸਮ ਫੰਡਸ ਟੂ ਦਾ ਐਜੂਕੇਸ਼ਨ। ਜੀ, ਜੇ ਆਪਾਂ ਉਧਰ ਨੂੰ ਐਜੂਕੇਸ਼ਨ ਡਿਵੈਲਪ ਕਰੀਏ ਤੇ ਵੀ ਇਹ ਚੰਗੀਆਂ ਨਹੀਂ ਹੈ ਜਿਹੜੇ ਵੀ ਤਰੀਕੇ, ਮੈਂ ਨਹੀਂ ਕਹਿੰਦਾ ਵੀ ਸਿੱਧਾ ਕਿਸੇ ਨੂੰ ਕਹਿ ਦੋ ਵੀ ਤੂੰ ਵੀ ਨਸ਼ਾ ਪੀਣੋਂ ਹਟ ਜਾ, ਆਪਾਂ ਬਾਈ ਡਿਜ਼ਾਈਨ ਕਰੀਏ ਵੀ ਉਹਨਾਂ ਨੂੰ ਬਿਜ਼ੀ ਕਰ ਦਈਏ ਨਾ ਵੀ ਆਹ ਪ੍ਰੋਗਰਾਮ ਦੇ ਵਿੱਚ ਤੁਹਾਨੂੰ ਆਹ ਕਾਮਯਾਬੀ ਮਿਲਣੀ, ਨਸ਼ਿਆਂ ਤੋਂ ਥੋੜਾ ਜਿਹਾ ਦੂਰ ਹੋ, ਉਹਨਾਂ ਦੀ ਥਿੰਕਿੰਗ ਦੂਰ ਹੋ ਜਾਊਗੀ ਆਨ ਦੈਟ। ਸਪੋਰਟਸ ਦੇ ਵਿੱਚ ਜਾਂ ਹੋਰ ਕਈ ਨਸ਼ੇ ਹੈਗੇ ਜਿਹੜੇ ਚੰਗੇ ਨਸ਼ੇ ਆ, ਹਰ ਰੋਜ਼ ਉੱਠ ਕੇ ਦੌੜਨਾ ਜਾਂ ਐਕਸਰਸਾਈਜ਼ ਕਰਨੀ ਜਾਂ ਬਹੁਤ ਨਸ਼ੇ ਆ ਨੂੰ ਉਦਮ ਕਰਨਾ ਕਈ ਹੋਰ ਤਰ੍ਹਾਂ ਦੇ, ਤੇ ਉਹਦੇ ਨਾਲ ਅਸੀਂ ਹੋ ਸਕਦਾ ਵੀ ਉਹਨਾਂ ਨਸ਼ੇ ਜਿਹੜੇ ਮਾੜੇ ਨਸ਼ੇ ਉਹਨਾਂ ਤੋਂ ਦੂਰ ਹੋ ਜਾਣ। ਜੀ, ਰੌਬ ਬਾਂਟਾ ਨਾਲ ਉੱਥੇ ਮੈਂ ਵੀ ਮੌਜੂਦ ਸੀਗਾ। ਇੱਕ ਜਿਹੜਾ ਮੁੱਦਾ ਹੈਗਾ ਜ਼ੋਰਾਂ ਸ਼ੋਰਾਂ ਨਾਲ ਜਿਹੜੇ ਐਂਟਰਪ੍ਰੈਨਿਓਰਸ ਹੈਗੇ ਨੇ, ਜਿਹੜੇ ਸਟੋਰ ਦੇ ਮਾਲਕ ਹੈਗੇ ਨੇ, ਉਹਨਾਂ ਵੱਲੋਂ ਚੁੱਕਿਆ ਜਾ ਰਿਹਾ ਕਿ ਲਗਾਤਾਰ ਜਿਹੜਾ ਜੋ ਬਾਈਡਨ ਸਰਕਾਰ ਹੈ ਉਹਨਾਂ ਨੇ ਇੱਕ ਅਜਿਹਾ ਲਾਅ ਪਾਸ ਕੀਤਾ ਹੈ ਜਿਸ ਦਾ ਹਰ ਕੋਈ ਖੰਡਨ ਕਰ ਰਿਹਾ ਹੈ ਕਿ ਕੋਈ ਵੀ ਜੇਕਰ ਕੋਈ ਹੋਮਲੈਸ ਪਰਸਨ ਹੈਗਾ ਉਹ ਜਾਵੇ ਦੁਕਾਨਾਂ ਤੇ, ਉਹ $900 ਤੱਕ ਦਾ, $900 ਬਹੁਤ ਵੱਡੀ ਚੀਜ਼ ਹੁੰਦੀ ਹੈ, $900 ਤੱਕ ਦਾ ਜਿਹੜਾ ਸਮਾਨ ਹੈ ਉਹ ਚੋਰੀ ਕਰ ਲੇ ਤਾਂ ਵੀ ਪੁਲਿਸ ਜਿਹੜੀ ਹੈ ਕੇਸ ਰਜਿਸਟਰ ਨਹੀਂ ਕਰਦੀ। ਇਹਦੇ ਬਾਰੇ ਤੁਸੀਂ ਕੀ ਕਹਿਣਾ ਚਾਹੋਗੇ? ਦੇਖੋ ਜੀ, ਗੌਰਮੈਂਟ ਜਿਹੜੀ ਸਾਡੀ ਭੁਲੇਖੇ ਦੇ ਵਿੱਚ ਹੈ, ਜਿਹੜੀ ਉਹ ਕੈਲੀਫੋਰਨੀਆ ਦੀ ਸਰਕਾਰ ਹੈ ਜਾਂ ਸਾਡੀ ਨੈਸ਼ਨਲ ਹੈ ਬਾਈਡਨ ਦੀ ਸਰਕਾਰ ਹੈ, ਇਹ ਜਿਹੜੀ ਡੈਮੋਕ੍ਰੇਸੀ ਥੋੜ੍ਹੀ ਜਿਹੀ ਦੂਰ ਚਲ ਗਈ ਹੈ ਨਾ ਰਿਐਲਿਟੀ ਤੋਂ। ਇਹਦੇ ਵਿੱਚ ਇਹਨਾਂ ਨੂੰ ਇਹੀ ਹੈ ਵੀ ਜੇ ਅਸੀਂ ਇਹ ਚੀਜ਼ਾਂ ਕਰਨ ਦੇਵਾਂਗੇ ਤਾਂ ਸ਼ਾਇਦ ਸਾਨੂੰ ਵੋਟਾਂ ਜ਼ਿਆਦਾ ਪੈਣਗੀਆਂ। ਇਹ ਵੀ ਜੇ ਮੈਨੂੰ ਤਾਂ ਦੀਦਾ ਨਹੀਂ ਵੀ ਕੋਈ ਭਲਾਈ ਦਾ ਕੰਮ ਹੈ। ਦੇਖੋ ਜੇ ਇਕਾਨਮੀ ਨਾ ਠੀਕ ਚੱਲੀ, ਇਸ ਵੇਲੇ ਇਕਾਨਮੀ ਹਿੱਲ ਗਈ ਅਮਰੀਕਾ ਦੀ, ਮੈਨੂੰ ਲੱਗਦਾ ਹੈ ਵੀ ਇਨਫਲੇਸ਼ਨ ਵੱਧ ਗਈ ਹੈ। ਉਹ ਕੱਲ੍ਹ ਕਹਿ ਰਿਹਾ ਸੀ ਸਾਡਾ ਅਟਾਰਨੀ ਜਨਰਲ ਵੀ ਜਿਹੜੀ ਅਨਪਲੋਇਮੈਂਟ ਉਹ ਘਟ ਗਈ ਹੈ, ਪਰ ਨਾਲ ਇਹ ਵੀ ਕਿਹਾ ਸੀ ਵੀ ਇਟਸ ਇੰਡੈਕਸ ਆਫ ਪੀਪਲ ਹੂ ਆਰ ਅਪਲਾਈਂਗ ਫॉर ਜੌਬਸ। ਤੇ ਬਹੁਤ ਲੋਕ ਹੈ ਜਿਹੜੇ ਅਪਲਾਈ ਨਹੀਂ ਕਰ ਰਹੇ, ਉਹ ਊਬਰ ਚਲਾਉਣ ਲੱਗ ਪਏ, ਡੋਰ ਡੈਸ਼ ਚਲਾਉਣ ਲੱਗ ਪਏ, ਜਾਂ ਇਹੋ ਜਿਹੀਆਂ ਜਿਨ੍ਹਾਂ ਦੇ ਵਿੱਚ ਉਹ ਘਰੋਂ ਹੀ ਕੰਮ ਕਰਦੇ, ਉਹਦੀ ਆਪਣੀ ਜਿਹੜੀ ਮੇਨ ਸਟਰੀਮ ਜੌਬ ਹੈ ਉਹ ਛੱਡਤੀ ਹੈ ਤੇ ਉਹ ਘਰਾਂ ਤੋਂ ਇਹ ਚੀਜ਼ਾਂ ਲਿਫਟ ਊਬਰ ਤੇ ਹੋਰ ਆਪਣੀ ਮਰਜ਼ੀ ਨਾਲ 2-4 ਘੰਟੇ ਲਾ ਜਾਂਦੇ। ਹੁਣ ਉਹ ਜੌਬ ਲਈ ਅਪਲਾਈ ਨਹੀਂ ਕਰ ਰਹੇ, ਜੇ ਅਪਲਾਈ ਨਹੀਂ ਕਰ ਰਹੇ ਤਾਂ ਗਿਣਤੀ ਦੇ ਵਿੱਚ ਨਹੀਂ ਆ ਰਹੇ ਆਲ ਦੈਟ। ਤੇ ਕਾਨੂੰਨ ਜਿਹੜਾ ਕਾਨੂੰਨ ਹੈ ਉਹ ਇਸ ਵੇਲੇ ਬਹੁਤ ਰੌਂਗ ਹੈ ਵੀ ਜਿਹੜਾ ਚੋਰ ਨੂੰ ਅਸੀਂ ਚੋਰ ਨਹੀਂ ਕਹਿ ਸਕਦੇ, ਅਸੀਂ ਕਿਸੇ ਵੀ ਗਲਤ ਬੰਦੇ ਨੂੰ ਉਹਨੂੰ ਅਸੀਂ ਗਲਤ ਨਹੀਂ ਕਹਿ ਸਕਦੇ। ਇਹਦਾ ਕਾਨੂੰਨ ਬਣਾ ਦਿੱਤੇ ਅਮਰੀਕਾ ਨੇ। ਇਹ ਜਿਹੜੀ ਹੁਣ ਦੀ ਸਰਕਾਰ ਹੈ ਇਹ ਨਹੀਂ ਹੀ ਕੀਤਾ। ਸਾਨੂੰ ਬਹੁਤ ਜਿਹੜੀ ਸਟਰੋਂਗ ਜਿਹੜੀ ਗਵਰਨਮੈਂਟ ਦੀ ਲੋੜ ਹੈ ਜਿੱਥੇ ਸਾਰਿਆਂ ਨੂੰ ਇਕੁਅਲੀ ਟ੍ਰੀਟ ਕੀਤਾ, ਨਹੀਂ ਤਾਂ ਜਿਹੜੇ ਬ੍ਰੈਡ ਅਰਨਰ ਹੈ, ਜਿਹੜੇ ਅਮਰੀਕਾ ਦੇ ਮਿਡਲ ਕਲਾਸ ਹੈ, ਜਿਹੜੇ ਸਮਾਲ ਬਿਜ਼ਨਸ ਹੈ, ਬ੍ਰੈਡ ਅਰਨਰਸ ਹੈ, ਉਹਨਾਂ ਦੀ ਸਪੋਰਟ ਨਹੀਂ ਹੋ ਰਹੀ ਹੈ ਇਸ ਵੇਲੇ। ਪਰ ਇਸ ਲਾਅ ਦੇ ਖਿਲਾਫ ਐਂਟਰਪ੍ਰੈਨਿਓਰਸ ਜਿਹੜੇ ਨੇ, ਸਟੋਰ ਮਾਲਕ ਨੇ, ਇਕੱਠੇ ਖੜੇ ਕਿਉਂ ਨਹੀਂ ਹੋਏ ਕਿ ਕੋਈ ਵੀ ਆ ਕੇ ਸੱਜਣ ਇੱਕ ਆ ਕੇ ਕਹੇਗਾ ਮੈਂ ਹੋਮਲੈਸ ਹਾਂ, ਆਪਣਾ ਉਹਨੇ $900 ਸਮਾਨ ਚੁੱਕਿਆ ਚਲਾ ਗਿਆ, ਉਸ ਤੋਂ ਬਾਅਦ 10 ਮਿੰਟ ਬਾਅਦ ਕੋਈ ਹੋਰ ਬੰਦਾ ਆ ਗਿਆ ਹੋਮਲੈਸ ਆ ਗਿਆ, ਉਹਨੇ ਕਿਹਾ ਮੈਨੂੰ ਵੀ $900 ਦਾ ਸਮਾਨ ਚਾਹੀਦਾ, ਅੱਧੇ ਘੰਟੇ ਬਾਅਦ ਕੋਈ ਹੋਰ ਆ ਗਿਆ, ਉਹਦਾ ਤਾਂ ਕੋਈ ਅੰਤ ਹੀ ਨਹੀਂ ਹੈ। ਦੇਖੋ ਜੀ, ਇਹਦਾ ਕਾਰਨ ਪਹਿਲਾਂ ਤਾਂ ਮੈਂ ਇਹਦਾ ਰਿਜ਼ਲਟ ਦੱਸ ਦਿੰਦਾ ਵੀ ਸੈਨ ਫਰਾਂਸਿਸਕੋ ਸ਼ਹਿਰ ਦੇ ਵਿੱਚ ਜੀ ਸਾਰੇ ਦੇ ਸਾਰੇ ਬਾਲਕਨੀ ਬੰਦ ਹੋ ਗਏ। ਉਹ ਕਹਿੰਦੇ ਅਸੀਂ ਇੱਥੇ ਬਿਜ਼ਨਸ ਨਹੀਂ ਕਰ ਸਕਦੇ। ਜੇ ਇਹ ਹੀ ਕੰਮ ਸਾਡੇ ਨਾਲ ਹੋਣਾ ਆ ਤੇ ਇੱਥੇ ਮੈਂ ਦੇਖਿਆ ਡਾਊਨਟਾਊਨ ਦੇ ਵਿੱਚ ਰੀਟੇਲ ਬਿਜ਼ਨਸ ਦੇ ਵਿੱਚ ਬਿਜ਼ਨਸਾਂ ਦੇ ਜਿਹੜੇ ਸੇਲ ਵਾਲੀਅਮ ਬਹੁਤ ਹੈ, ਪਰ ਉਹਨਾਂ ਨੈਟ ਟੇਕ ਹੋਮ ਜਿਹੜਾ ਉਹ ਜ਼ੀਰੋ ਆ। ਦੇ ਸਪੈਂਡਿੰਗ ਮਨੀ ਔਨ ਸਿਕਿਉਰਿਟੀ, ਸ਼ਾਪ ਲਿਫਟਿੰਗ ਐਂਡ ਆਲ ਦੈਟ। ਉਹਨਾਂ ਦੀ ਜਿਹੜੀ ਇਨਵੈਂਟਰੀ ਸ਼ੋਰਟੇਜ ਆ ਉਹ ਹੀ ਨਹੀਂ ਪੂਰੀ ਹੋ ਰਹੀ। ਤੇ ਇਹਦੇ ਖਿਲਾਫ ਉਠਾਉਣ ਲਈ ਜਿਹੜਾ ਇੱਕ ਹਾਰਡ ਵਰਕਰ ਮੇਰੇ ਵਰਗਾ ਹੈਗਾ ਆ, ਉਹ ਕਹਿੰਦਾ ਭਾਈ ਮੈਂ ਤਾਂ ਉੱਠ ਕੇ 4 ਪੈਸੇ ਕਮਾਉਣੇ ਆ, ਆਪਣੇ ਬਿੱਲ ਵੀ ਪੇ ਕਰਨੇ ਆ, ਤੇ ਮੇਰੇ ਲਈ ਤਾਂ ਇਹ ਬਣਿਆ ਹੋਇਆ ਸੀ, ਹੁਣ ਸਾਨੂੰ ਚੇਂਜ ਕਰਨਾ ਪੈਣਾ ਹੈ। ਫਿਰ ਮੈਂ ਉੱਠ ਕੇ ਜਾ ਕੇ ਸਟੋਰ ਖੋਲ੍ਹਣ ਦੀ ਬਜਾਏ ਮੈਂ ਉਹਨੂੰ ਥੋੜ੍ਹਾ ਜਿਹਾ ਐਸਟੈਬਲਿਸ਼ ਕਰਕੇ ਮੈਂ ਇਹ ਪੋਲੀਟਿਕਸ ਦੇ ਵਿੱਚ ਪਿੱਛੇ ਪਏ ਜਿਹੜੇ ਕਾਨੂੰਨ ਹੈ ਇਹ ਗਲਤ ਹੈ। ਪਰ ਇਹਦੇ ਵਿੱਚ ਲੋਕਾਂ ਨੂੰ ਜੋੜਨਾ ਬੜਾ ਔਖਾ। ਮੈਂ ਆਪ ਜਾਂਦਾ ਰਿਹਾ ਰੈਲੀਆਂ ਤੇ, ਪਰ ਜਦੋਂ ਅਸੀਂ ਬਾਕੀਆਂ ਨੂੰ ਕਹਿੰਦੇ ਭਾਜੀ ਤੁਸੀਂ ਕਰ ਲਓ, ਅਸੀਂ ਅੱਜ ਕੰਮ ਤੇ ਆ, ਤੁਸੀਂ ਕਰਿਓ ਜਿਹੜਾ ਕਰਨਾ ਹੈ, ਤੁਹਾਡੇ ਨਾਲ। ਗੁੱਸਾ ਹਰ ਇੱਕ 'ਚ, ਲੇਕਿਨ ਟਾਈਮ ਨਹੀਂ ਹੈ। ਟਾਈਮ ਹੈ ਨਹੀਂ। ਬਿਲਕੁਲ ਠੀਕ ਹੈ। ਤੁਸੀਂ ਸਿੱਖੀਜ਼ਮ ਦੀ ਗੱਲ ਕੀਤੀ ਹੈਗੀ ਹੈ, ਪੱਗਾਂ ਦੀ ਗੱਲ ਕੀਤੀ ਹੈ। ਇੱਥੇ ਲੋਕ ਕੀ ਹਾਲੇ ਤੱਕ ਜਾਣ ਪਾਏ ਨੇ? ਕਿਉਂਕਿ ਤੁਸੀਂ 1968 'ਤੇ ਤੁਸੀਂ ਇੱਥੇ ਆਏ ਹੋਏ ਹੋ
ਔਰ 1982 ਵਿੱਚ ਤੁਸੀਂ ਆਪਣਾ ਕੰਮ ਵੀ ਸ਼ੁਰੂ ਕੀਤਾ ਹੈ। ਕੀ ਲੋਕ ਜਾਣ ਪਾਏ ਨੇ ਕਿ ਜਿਹੜੀ ਪੰਜਾਬੀ ਕਮਿਊਨਿਟੀ ਹੈ, ਸਿੱਖ ਕਮਿਊਨਿਟੀ ਹੈ, ਇਹ ਹੋਰਨਾਂ ਧਰਮਾਂ ਨਾਲੋਂ ਵੱਖ ਹੈ? ਇਸ ਵੇਲੇ ਜਿਹੜੀ ਅੱਜ ਦੀ ਪਛਾਣ ਹੈ ਇਹਨਾਂ ਦੀ, ਇਹ ਹੈਗੀ ਹੈ ਵੀ ਜਿਹੜਾ ਸਿੱਖ ਹੈ, ਜਿਹੜਾ ਪੱਗ ਵਾਲਾ ਸਰਦਾਰ ਹੈ ਜਾਂ ਨਾਨ ਸਿੱਖ ਮੇਰੇ ਵਰਗਾ ਵੀ ਹੈ, ਜਦੋਂ ਇੱਥੇ ਕੈਲੀਫੋਰਨੀਆ ਇੱਕ ਡੈਮ ਟੁੱਟਣ ਲੱਗਾ ਸੀ, ਔਰੇਵਿਲ ਡੈਮ, ਤੇ ਉਦੋਂ ਜਿਹੜੇ ਉਸ ਰਾਹ ਦੇ ਵਿੱਚ ਉਦੋਂ ਰੌਲਾ ਪੈ ਗਿਆ ਵੀ ਲੋਕਾਂ ਨੂੰ ਵੈਕੂਏਟ ਹੋਣਾ ਪੈਣਾ, ਤੇ ਸਿੱਖ ਲੋਕਾਂ ਨੇ ਗੁਰਦੁਆਰੇ ਖੋਲ੍ਹ ਤੇ ਲੰਗਰ ਲਾਤੇ। ਭਾਈ ਜਿਹਨੂੰ ਖਾਣ ਦੀ ਲੋੜ ਹੈ 24 ਘੰਟੇ ਹਾਜ਼ਰ ਹੈ, ਜਿਹਨੂੰ ਰਹਿਣ ਦੀ ਲੋੜ ਹੈ ਗੁਰਦੁਆਰਿਆਂ ਦੇ ਵਿੱਚ ਆ ਜਾਓ, ਜੇ ਗੁਰਦੁਆਰੇ ਨਹੀਂ ਵੀ ਰਹਿਣਾ ਤੇ ਸਾਡੀ ਕਮਿਊਨਿਟੀ ਦੇ ਮੈਂਬਰ ਉਹਨਾਂ ਨੂੰ ਘਰ ਹੀ ਸੁਲਾਉਣਗੇ। ਇਹ ਖੁੱਲ੍ਹ ਤੇ ਇਹ ਆਪਣੀ ਪਛਾਣ ਵਾਸਤੇ ਅੱਜ ਤੋਂ 7-8 ਸਾਲ ਪਹਿਲਾਂ ਆਮ ਪਾਰਟ ਆਫ ਦਾ ਆਰਗੇਨਾਈਜੇਸ਼ਨ, ਸਾਡੇ ਭਾਈ ਸਾਹਿਬ ਰਿਸ਼ਪਾਲ ਸਿੰਘ ਢੀਂਡਸਾ ਬੜੀ ਦੇਰ ਤੋਂ ਐਫਰਟ ਕਰਦੇ ਸੀਗੇ ਵੀ ਸਿੱਖਾਂ ਦੀ ਜਿਹੜੀ ਪਛਾਣ ਹੈ ਇਹ ਹੋਣੀ ਚਾਹੀਦੀ ਹੈ ਵੀ ਅਸੀਂ ਡਿਫਰੈਂਟ ਕਿਵੇਂ ਆ। ਹਰ ਪੱਗ ਵਾਲੇ ਨੂੰ ਤਾਲੀਬਾਨ ਹੀ ਕਹਿਣ ਲੱਗ ਪਏ। 9/11 ਤੋਂ ਬਾਅਦ ਹਰ ਪੱਗ ਵਾਲੇ ਨੂੰ ਤਾਲੀਬਾਨ ਹੀ ਸਮਝਦੇ ਸੀ, ਜਾਂ ਅਫਗਾਨੀ ਜਾਂ ਕੁਛ ਵੀ। ਉਦੋਂ ਇਹ ਵੀ ਸਿੱਖਾਂ ਨੇ ਆਪਣਾ ਇੱਕ ਫਲੋਟ ਹੈ ਜਿਹਦੇ ਵਿੱਚ ਇੰਟਰਨੈਸ਼ਨਲ ਲੈਵਲ ਤੇ 20 ਜਾਂ 25 ਕੰਟਰੀਆਂ ਦੇ ਵਿੱਚ ਜਿਹੜਾ ਟੈਲੀਕਾਸਟ ਕੀਤਾ ਸੀ, ਇਹ ਦੱਸਣ ਲਈ ਵੀ ਅਸੀਂ ਥੋੜ੍ਹੇ ਜਿਹਾ ਡਿਫਰੈਂਟ ਆ, ਜਿਹੜੇ ਸਾਡਾ ਰਹਿਣਾ ਬਹਿਣਾ ਡਿਫਰੈਂਟ ਹੈ, ਸਾਡੀ ਮੈਂਟੈਲਿਟੀ ਡਿਫਰੈਂਟ ਹੈ। ਵੀ ਲਾਈਕ ਟੂ ਹੈਲਪ ਅਦਰਸ। ਇਹਦਾ ਫਰਕ ਪੈ ਰਿਹਾ ਸਿੱਖ ਆਰਗੇਨਾਈਜੇਸ਼ਨ ਜੋ ਕੰਮ ਕਰ ਰਹੀਆਂ ਨੇ? ਬਹੁਤ ਜ਼ਿਆਦਾ। ਪਰ ਕਿਤੇ ਨਾ ਕਿਤੇ ਬਲੈਕ ਕਮਿਊਨਿਟੀ ਸਾਡੇ ਤੋਂ ਬਹੁਤ ਜ਼ਿਆਦਾ ਇੱਥੇ ਹੈਗੀ ਹੈ, ਲੇਕਿਨ ਫਿਰ ਵੀ ਉਹਨਾਂ ਨੂੰ ਪਿੱਛੇ ਕਹਿਣ ਲਈ ਮਜਬੂਰ ਹੋਣਾ ਪਿਆ ਸੀ ਬਲੈਕ ਲਾਈਵਸ ਮੈਟਰ, ਜਦ ਕਿ ਉਹਨਾਂ ਵਿੱਚੋਂ ਇੱਕ ਸ਼ਖਸ ਉੱਪਰ ਉੱਠਿਆ ਤੇ ਉਹ ਅਮਰੀਕਾ ਦਾ ਪ੍ਰੈਜ਼ੀਡੈਂਟ ਵੀ ਬਣਿਆ, ਮਿਸਟਰ ਬਰਾਕ ਓਬਾਮਾ। ਪਰ ਫਿਰ ਵੀ ਅੱਜ ਵੀ ਬਲੈਕ ਲਾਈਵਸ ਮੈਟਰ ਮੁਹਿੰਮ ਦੀ ਜੇਕਰ ਸ਼ੁਰੂਆਤ ਕਰਨ ਦੀ ਲੋੜ ਪੈ ਰਹੀ ਹੈ, ਪਰ ਅਸੀਂ ਤਾਂ ਉਹਨਾਂ ਸਾਹਮਣੇ ਮੁੱਠੀ ਭਰ ਹਾਂ। ਉਹ ਜਿਹੜਾ ਬਲੈਕ ਲਾਈਵਸ ਮੈਟਰ ਹੈ, ਉਹ ਜੋ ਕਿ ਜਾ ਕੇ ਫਰੀਵੇ ਬੰਦ ਕਰਦੇ ਲੋਕਾਂ ਨੂੰ ਲੰਘਣ ਨਹੀਂ ਦੇਣ ਰਹੇ, ਜਾਂ ਉਹ ਬੜੇ ਡਿਪਾਰਟਮੈਂਟ ਸਟੋਰਾਂ ਦੇ ਵਿੱਚੋਂ ਮਹਿੰਗਾ ਸਮਾਨ ਚੋਰੀ ਕਰਕੇ ਤੋਂ ਘਰ ਨਹੀਂ ਜਾ ਰਹੇ ਤੇ ਬਾਅਦ 'ਚ ਕਹਿੰਦੇ ਬਲੈਕ ਲਾਈਵਸ ਮੈਟਰ। ਮੈਂ ਤਾਂ ਸਾਰਾ ਕੁਛ ਰੌਂਗ ਲੱਗਦਾ, ਉਹਨੂੰ ਸਪੋਰਟ ਕਰਨਾ। ਹਾਂ, ਬਲੈਕ ਸਾਡਾ ਪ੍ਰੈਜ਼ੀਡੈਂਟ ਓਬਾਮਾ ਜ਼ਰੂਰ ਬਣਿਆ, ਪਰ ਬਲੈਕ ਲਾਈਵਸ ਮੈਟਰ ਉਹਨੂੰ ਬਾਅਦ ਦੇ ਵਿੱਚ ਸ਼ੁਰੂ ਕੀਤਾ ਜਦੋਂ ਪ੍ਰੈਜ਼ੀਡੈਂਟ ਤੋਂ ਹਟ ਗਿਆ। ਉਦੋਂ ਇਹ ਗੱਲ ਇਹ ਪ੍ਰੋਪੇਗੈਂਡਾ ਵਾਲਾ ਹੈ ਕਿ ਬਲੈਕ ਲਾਈਵਸ ਮੈਟਰ। ਇਹਦਾ ਮਤਲਬ ਕੀ ਅਸੀਂ ਮੈਟਰ ਨਹੀਂ ਗੇ, ਕਿ ਬਾਕੀ ਦੇ ਗੋਰੇ ਮੈਟਰ ਨਹੀਂ ਗੇ, ਸਿੱਖ ਮੈਟਰ ਨਹੀਂ ਗੇ, ਸਾਰੀਆਂ ਆਲ ਲਾਈਵਸ ਮੈਟਰ। ਇਹ ਤਾਂ ਇੱਕ ਪੋਲੀਟੀਕਲ ਪ੍ਰੋਪੇਗੈਂਡਾ ਸੀ ਲੋਕਾਂ ਨੂੰ ਇੱਕ ਪਾਸੇ ਲਾਉਣ ਲਈ ਵੀ ਹੋ ਸਕਦਾ ਇਹ ਡੈਮੋਕ੍ਰੈਟਿਕ ਪਾਰਟੀ ਹੈ ਉਹਨੂੰ ਵੋਟਾਂ ਪਾਉਣਗੇ ਨਾਲ ਦੈਟ ਪਰ ਉਹ ਤਾਂ ਖਰਾਬ ਕਰਨਾ ਨੇ, ਲੋਕਾਂ ਨੂੰ ਖਰਾਬ ਕਰਤਾ ਨੇ। ਆਲ ਲਾਈਵਸ ਮੈਟਰ ਇਕੁਅਲੀ। ਅੱਜ ਦੀ ਜਨਰੇਸ਼ਨ ਸਮਝ ਪਾ ਰਹੀ ਹੈ ਆਲ ਲਾਈਵਸ ਮੈਟਰ, ਕਿਉਂਕਿ ਅੱਜ ਦੀ ਜਨਰੇਸ਼ਨ ਟੈਕਨੋਲੋਜੀ ਵਿੱਚ ਬਿਲੀਵ ਕਰਦੀ ਹੈ। ਕਿਤੇ ਨਾ ਕਿਤੇ ਜਿਹੜੀਆਂ ਸਟਰਗਲਸ ਤੁਸੀਂ ਦੇਖੀਆਂ ਨੇ, ਅੱਜ ਦੀਆਂ ਸਟਰਗਲਸ ਕਿਸੇ ਹੋਰ ਤਰੀਕੇ ਨਾਲ ਨੇ। ਅੱਜ ਅਸੀਂ ਰੀਸੈਸ਼ਨ ਵੀ ਦੇਖ ਚੁੱਕੇ ਹਾਂ, ਅਸੀਂ ਕੋਵਿਡ ਵੀ ਦੇਖ ਚੁੱਕੇ ਹਾਂ, ਪਰ ਅੱਜ ਦਾ ਜਿਹੜਾ ਟਾਈਮ ਹੈ ਉਹ ਟੈਕਨੋਲੋਜੀ ਦਾ ਜ਼ਮਾਨਾ ਹੈ, ਔਰ ਸ਼ਾਇਦ ਸਾਡੇ ਜਿਹੜੇ ਬਜ਼ੁਰਗ ਨੇ ਉਹ ਟੈਕਨੋਲੋਜੀ ਨੂੰ ਨਹੀਂ ਸਮਝਦੇ ਜਿੰਨੇ ਸਾਡਾ ਯੂਥ ਸਮਝਦਾ ਹੈ। ਪਰ ਤੁਹਾਨੂੰ ਲੱਗਦਾ ਕਿ ਯੂਥ ਜਿਹੜਾ ਹੈਗਾ, ਤੁਹਾਡੀ ਜਨਰੇਸ਼ਨ ਨੇ ਬਿਜ਼ਨਸ ਨੂੰ ਬਹੁਤ ਚੰਗੇ ਲੈਵਲ 'ਤੇ ਪਹੁੰਚਾਇਆ, ਜਿਹੜੀ ਨੈਕਸਟ ਜਨਰੇਸ਼ਨ ਹੈ ਉਹ ਬਿਜ਼ਨਸ ਨੂੰ ਸੰਭਾਲ ਪਾਏਗੀ? ਦੇਖੋ ਜੀ, ਇਸ ਵੇਲੇ ਮੈਂ ਇੱਕ ਸ਼ਾਦੀ 'ਤੇ ਗਿਆ, 3-4 ਸਾਲ ਦੀ ਗੱਲ ਹੈ, ਅਤੇ ਉੱਥੇ ਜਿਹੜਾ ਲੜਕਾ ਉਹ ਫੇਸਬੁੱਕ 'ਚ ਕੰਮ ਕਰਦਾ ਸੀ ਅਤੇ ਲੜਕੀ ਗੂਗਲ ਦੇ ਵਿੱਚ ਕੰਮ ਕਰਦੀ ਸੀ, ਦੋਨੋਂ ਟੈਕਨੋਲੋਜੀ ਦੇ ਵਿੱਚ ਹੈ ਜੀ। ਅਤੇ ਉਹਨਾਂ ਦੀ ਮੈਰਿਜ ਹੋ ਗਈ, ਅਤੇ ਇਹ ਮੈਰਿਜ ਹੁਣ ਇਹ ਘਰ ਹੋ ਰਹੀ ਹੈ ਵੀ ਜਿੱਥੇ ਹੁਣ ਕਈ ਵਾਰੀ ਮੇਰਾ ਬੇਟਾ ਹੈ ਉਹ ਆਪਣੀ ਨਾਨੀ ਦੇ ਨਾਲ ਕਈ ਵਾਰੀ ਫਨ ਕਰਦਾ, ਉਹਨਾਂ ਨੂੰ ਰਿਕਾਰਡ ਕਰਦਾ ਹੁੰਦਾ, ਉਹਨਾਂ ਦੇ ਟਿਕਟਾਕ 'ਤੇ ਬਣਾਉਂਦਾ ਹੁੰਦਾ ਹੈ। ਉਹ ਟੈਕਨੋਲੋਜੀ ਤਾਂ ਕਿਸੇ ਨਾ ਕਿਸੇ ਤਰੀਕੇ ਦੇ ਵਿੱਚ ਉਹ ਸਾਰਿਆਂ ਘਰਾਂ ਦੇ ਵਿੱਚ ਯੂਜ਼ ਹੋ ਰਹੀ ਹੈ, ਅਤੇ ਪਰ ਜਿਹੜਾ ਉਹਨੂੰ ਠੀਕ ਤਰੀਕੇ ਨਾਲ ਯੂਜ਼ ਕਰਨਾ ਆ ਉਹ ਇਸ ਵੇਲੇ ਦੇਖੋ ਜੀ, ਮੀਡੀਆ ਜਿਹੜਾ ਆ ਉਹ ਸਾਰੇ ਥਾਂ ਜਿਹੜਾ ਪ੍ਰੋਪਰ ਯੂਜ਼ ਕੀਤਾ ਜਾਏ ਤੇ ਬਹੁਤ ਪਾਵਰਫੁਲ ਹੈ, ਬਹੁਤ ਜ਼ਿਆਦਾ ਹੀ ਪਾਵਰਫੁਲ ਹੈ, ਅਤੇ ਹੋ ਰਿਹਾ ਇਸ ਵੇਲੇ ਹੋ ਰਿਹਾ ਹੈ ਇਹਨੂੰ ਠੀਕ ਤਰੀਕੇ ਨਾਲ ਹੋ ਰਿਹਾ। ਪਰ ਜਿੱਥੇ ਗਲਤ ਹੈ ਮੈਂ ਉਹਨੂੰ ਗਲਤ ਵੀ ਕਹੂੰਗਾ, ਵੀ ਜੇ 1 ਜਾਂ 2% ਕਿਤੇ ਗਲਤ ਵਰਤੋਂ ਆ ਅਤੇ ਆਪਾਂ ਉਹਨੂੰ ਲਾਈਕ ਨਾ ਕਰੀਏ, ਉਹਨੂੰ ਸਪੋਰਟ ਨਾ ਕਰੀਏ। ਜਿਹੜਾ ਉਹਦਾ ਫਿਊਲ ਹੈ ਲਾਈਕ ਦੇ ਵਿੱਚ ਜਾਂ ਦੇਖਣ ਦੇ ਵਿੱਚ, ਉਹ ਫਿਊਲ ਨਾ ਉਹਨੂੰ ਦਈਏ, ਨਾ ਜਿਹੜੀ ਖੁਰਾਕ ਹੈ ਉਹਦੀ, ਹੈ ਨਾ। ਅਤੇ ਮੈਂ ਤਾਂ ਇਹ ਕਹੂੰਗਾ, ਪਰ ਜਿਹੜਾ ਮੀਡੀਆ, ਜਿਹੜਾ ਡਿਜੀਟਲ ਮੀਡੀਆ ਉਹ ਪ੍ਰੋਪਰ ਤਰੀਕੇ ਦੇ ਨਾਲ ਹਰ ਘਰ ਜਿਹੜਾ ਯੂਜ਼ ਹੋ ਰਿਹਾ, ਹਰ ਘਰ ਉਹਨਾਂ ਦੇ ਕੋਲ ਫੋਨ ਹੈ, ਅੱਜ ਕੱਲ੍ਹ ਡਿਜੀਟਲ ਫੋਨ ਹੈ, ਨਵੇਂ ਫੋਨ ਹੈ, ਅਤੇ ਉਹਨੂੰ ਠੀਕ ਤਰੀਕੇ ਨਾਲ ਯੂਜ਼ ਕਰ ਰਹੇ ਆ। ਬਹੁਤ ਵਧੀਆ ਤਰੀਕੇ ਨਾਲ ਤੁਸੀਂ ਹਰ ਇੱਕ ਸਵਾਲਾਂ ਦੇ ਜਵਾਬ ਦਿੱਤੇ, ਔਰ ਉਮੀਦ ਕਰਦੇ ਹਾਂ ਕਿ ਇੱਕ
ਜਿਹੜੇ ਅੱਜ ਤੁਹਾਡੇ ਨਾਲ ਅਸੀਂ ਇੰਟਰਵਿਊ ਕੀਤੀ ਹੈ, ਬਹੁਤ ਸੇਧ ਵਾਲੀਆਂ ਗੱਲਾਂ ਜਿਹੜੀਆਂ ਨੇ ਯੂਥ ਨੂੰ ਮਿਲੀਆਂ ਨੇ, ਔਰ ਉਮੀਦ ਕਰਦੇ ਹਾਂ ਉਹਨਾਂ ਨੇ ਬਹੁਤ ਕੁਝ ਤੁਹਾਡੇ ਤੋਂ ਸਿੱਖਿਆ, ਤੁਹਾਡੇ ਲਾਈਫ ਤੋਂ ਸਿੱਖਿਆ ਹੋਏਗਾ। ਮੈਂ ਹਾਜ਼ਰ ਹਾਂ ਜੀ, ਜਦੋਂ ਜੇ ਕਿਸੇ ਵੀ ਗੱਲ ਦੀ ਲੋੜ ਹੈ ਯੂਥ ਲਈ, ਮੈਂ ਇੰਡੀਆ ਜਾ ਕੇ ਵੀ ਕੋਸ਼ਿਸ਼ ਕਰਦਾ ਹੁੰਦਾ ਵੀ ਜੇ ਉੱਥੇ ਜਾ ਕੇ ਮੈਂ ਕੋਈ ਕੁਝ ਵੀ ਕਰ ਸਕਾਂ। ਕਈ ਵਾਰੀ ਮਨ 'ਚ ਆਉਂਦੀ ਹੁੰਦੀ ਹੈ ਵੀ ਉੱਥੇ ਟੀਵੀ ਤੇ ਜਾਂ ਮੀਡੀਆ ਤੇ ਜਾਂ ਮੈਨੂੰ ਕਿਸੇ ਨੇ ਦਿੱਤੀ ਸੀ ਵੀ ਤੂੰ ਯਾਰ ਬਲੌਗ ਪਾ ਲਿਆ ਕਰ। ਚਲੋ ਇੰਨਾ ਤਾਂ ਮੈਂ ਕੇਪੇਬਲ ਨਹੀਂ ਗਾ, ਯਾਨੀ ਕਿ, ਪਰ ਕਿਸੇ ਟਾਈਮ ਤੇ ਮੈਂ ਇਹ ਕਰਨਾ ਚਾਹੁੰਦਾ ਵੀ ਜੇ ਕਿਸੇ ਦੀ ਮਦਦ ਹੋ ਜਾਏ ਜੀ ਤੇ ਉਹ ਕਰਨੀ ਚਾਹੀਦੀ ਹੈ। ਚਲੋ ਬਹੁਤ ਬਹੁਤ ਸ਼ੁਕਰੀਆ ਜੀ, ਸਾਨੂੰ ਆਪਣੇ ਕੀਮਤੀ ਵਿਚਾਰ ਦੇਣ ਦੇ ਲਈ, ਵੱਡੇ ਵਿਚਾਰ ਸਾਡੇ ਨਾਲ ਸਾਂਝੇ ਕਰਨ ਦੇ ਲਈ ਬਹੁਤ ਬਹੁਤ ਸ਼ੁਕਰੀਆ। ਥੈਂਕ ਯੂ। ਸੋ ਇਹ ਸਨ ਹਰਨੇਕ ਸਿੰਘ ਥਿਆੜਾ ਸਾਹਿਬ, ਜਿਨ੍ਹਾਂ ਨੇ ਬਹੁਤ ਵੱਡਮੁੱਲੀਆਂ ਗੱਲਾਂ ਜਿਹੜੀਆਂ ਸਾਡੇ ਨਾਲ ਸਾਂਝੀਆਂ ਕੀਤੀਆਂ ਨੇ। ਉਹਨਾਂ ਨੇ ਯੂਥ ਨੂੰ ਐਜੂਕੇਟ ਹੋਣ ਦੀ ਗੱਲ ਵੀ ਕੀਤੀ ਹੈ, ਯੂਥ ਨੂੰ ਪੋਲਿਟਿਕਸ ਵਿੱਚ ਆਉਣ ਦੀ ਗੱਲ ਵੀ ਕੀਤੀ ਹੈ, ਔਰ ਯੂਥ ਨੂੰ ਇਹ ਵੀ ਮੈਸੇਜ ਦੇਣ ਦੀ ਕੋਸ਼ਿਸ਼ ਕੀਤੀ ਹੈ ਕਿ ਜੇਕਰ ਤੁਸੀਂ ਬੁਲੰਦੀਆਂ 'ਤੇ ਪਹੁੰਚਣਾ ਚਾਹੁੰਦੇ ਹੋ ਤਾਂ ਮਿਹਨਤ ਬਹੁਤ ਜ਼ਰੂਰੀ ਹੈ। ਕਿਸੇ ਵੀ ਦੇਸ਼ ਵਿੱਚ ਤੁਸੀਂ ਰਹੋ, ਲੇਕਿਨ ਮਿਹਨਤ ਹਰ ਪਾਸੇ ਤੁਹਾਨੂੰ ਕਰਨੀ ਪਏਗੀ, ਤਾਂ ਹੀ ਜਿਹੜੀ ਹੈ ਸਫਲਤਾ ਤੁਹਾਡੇ ਹੱਥ ਚੁੰਮੇਗੀ। ਸੋ ਇਹ ਸੀ ਸਾਡਾ ਅੱਜ ਦਾ ਦ ਬਿਗ ਪੁਆਇੰਟ ਹਰਨੇਕ ਸਿੰਘ ਥਿਆੜਾ ਸਾਹਿਬ ਨਾਲ। ਅਗਲੇ ਹਫਤੇ ਇੱਕ ਹੋਰ ਸ਼ਖਸ ਦੇ ਨਾਲ ਤੁਹਾਡੇ ਰੂਬਰੂ ਹੋਵਾਂਗੇ। ਤਦ ਤੱਕ ਮੈਨੂੰ ਯਾਨੀ ਭੁਲੰਦਰ ਸਿੰਘ ਮੇਰੇ ਮਾਨੀ ਨੂੰ ਦਿਓ ਇਜਾਜ਼ਤ। ਧੰਨਵਾਦ।